ਪੰਕਜ ਬੰਦਨ ਭਾਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਛੰਦ। ਭਿੰਨ ਭਿੰਨ ਪੁਨ ਪੰਚੋਂ ਗੁਰ ਕੀ ਨਿਜ ਬਾਣੀ ਤੇ ਕੀਰਤ ਗਾਓ। ਹੋਏ ਨਿਸ਼ ਕਪਟ ਗਰਭ ਕੋ ਪਰ ਹਰ ਸਤ ਸੰਗਤ ਮਹਿ ਬੌਰ ਸਮਾਓ। ਸੁਨ ਹਰ ਖੇ ਜਨ ਅੰਮ੍ਰਿਤ ਬਰਖੇ ਦੁਖ ਦਾਰਿਦ ਉਰ ਸਰਬ ਬਿਲਾਓ। ਸ੍ਰੀ ਦੁਖ ਭੰਜਨ ਮੱਜਨ ਕੀਨੋ ਸਿਮਰ ਨਾਮ ਸ਼੍ਰੀ ਗੁਰ ਕਰ ਭਾਓ। ਭਿੰਨ ਭਿੰਨ ਪੁੰਨ ਪੰਚੋਂ ਗੁਰ ਕੀ ਨਿਜ ਬਾਣੀ ਤੇ ਕੀਰਤ ਗਾਓ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ ਧੰਨ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਹੀ ਕਿਰਪਾ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ
ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀ। ਕੁਝ ਸਮਾਂ ਲੜੀਵਾਰ ਕਥਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਆਪਾਂ ਸਰਵਣ ਕਰਨਾ ਹੈ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ, ਜਿਹੜਾ ਸੱਤੇ ਤੇ ਬਲਵੰਡੇ ਨੂੰ ਬਖਸ਼ਾਏਗਾ, ਮੁੱਖ ਕਾਲਾ ਕੀਤਾ ਜਾਏਗਾ, ਗਧੇ ਤੇ ਬਿਠਾਇਆ ਜਾਏਗਾ, ਸਿਰ ਦੇ ਕੇਸਾਂ ਦਾ ਮੁੰਡਨ ਕਰ ਦਿੱਤਾ ਜਾਏਗਾ, ਢੋਲੀ ਜਿਹੜਾ ਉਹਦੇ ਨਾਲ ਨਾਲ ਤੁਰਾ ਕੇ ਪੂਰੇ ਸ਼ਹਿਰ ਵਿੱਚ ਉਹਦਾ ਗੇੜਾ ਕੱਢਿਆ ਜਾਏਗਾ। ਕੋਈ ਮੂੰਹ ਨਹੀਂ ਲਾਉਂਦਾ ਜੀ। ਸੱਤਾ ਬਲਵੰਡਾ ਜੀ ਦੁਖੀ ਹੋਏ। ਫਿਰ ਇੱਕ ਸਿੱਖ ਦੀ ਸੋਏ ਉਹਨਾਂ ਦੇ ਕੰਨਾਂ ਵਿੱਚ ਪਈ ਹੈ, ਜਿਨ੍ਹਾਂ ਦਾ ਨਾਮ ਭਾਈ ਲੱਦਾ ਜੀ ਹੈ ਜੀ। ਭਾਈ ਲੱਦਾ ਜੀ ਲਾਹੌਰ ਦੇ ਵਿੱਚ ਰਹਿੰਦੇ ਆ। ਕੋੜ ਦੇ ਨਾਲ ਦੁਖੀ ਹੋਏ ਸੱਤਾ ਤੇ ਬਲਵੰਡਾ ਲਾਹੌਰ ਭਾਈ ਲੱਦਾ ਜੀ ਦੇ ਘਰ ਵਿੱਚ ਪਹੁੰਚੇ ਆ। ਭਾਈ ਲੱਦਾ ਜੀ ਨੂੰ ਪਤਾ ਲੱਗਾ, ਉਹਨਾਂ ਦਰਵਾਜ਼ਾ ਬੰਦ ਕਰ ਲਿਆ, ਪਰ ਇਹਨਾਂ ਦੋਵਾਂ ਨੇ ਖੂਬ ਉੱਥੇ ਰੋ ਰੋ ਕੇ ਬੇਨਤੀਆਂ ਕੀਤੀਆਂ, ਭਾਈ ਲੱਦਾ ਜੀ ਲੋਕ ਤੁਹਾਨੂੰ ਪਰਉਪਕਾਰੀ ਕਹਿੰਦੇ, ਕਿਰਪਾ ਕਰੋ ਸਾਡੀ ਸਿਫਾਰਿਸ਼ ਗੁਰੂ ਜੀ ਅੱਗੇ ਕਰੋ। ਭਾਈ ਲੱਦਾ ਜੀ ਨੇ ਫਿਰ ਰਾਹ ਜੋ ਕੱਢਿਆ, ਸੰਗਤ ਜੀ ਉਹ ਤੁਸੀਂ ਕੱਲ ਸਰਵਣ ਕੀਤਾ, ਕਮਾਲ ਕਰ ਦਿੱਤੀ ਭਾਈ ਲੱਦਾ ਜੀ ਨੇ ਜੀ। ਪਰ ਉਪਕਾਰ ਦਾ ਇਹ ਸ਼ਿਖਰ ਹੀ ਹੈ ਸਾਧ ਸੰਗਤ ਜੀ, ਕਿਸੇ ਦੇ ਭਲੇ ਵਾਸਤੇ ਆਪਣਾ ਨੁਕਸਾਨ ਕਰ ਲੈਣਾ ਜੀ। ਭਾਈ ਲੱਦਾ ਜੀ ਨੂੰ ਪਤਾ ਹੈ ਜੋ ਇਹਨਾਂ ਨੂੰ ਮਹਾਰਾਜ ਨੇ ਸਜ਼ਾ ਦਿੱਤੀ ਹੈ, ਜਿਹੜਾ ਬਖਸ਼ਾਏਗਾ ਉਹਨੂੰ ਵੀ ਸਜ਼ਾ ਮਿਲੇਗੀ, ਬਖਸ਼ਾਉਣ ਵਾਲੇ ਨੂੰ ਕਿਹੜੀ ਸਜ਼ਾ ਮਿਲਣੀ ਹੈ ਇਹ ਵੀ ਭਾਈ ਲੱਦਾ ਜੀ ਨੂੰ ਪਤਾ ਹੈ ਜੀ। ਭਾਈ ਲੱਦਾ ਜੀ ਨੇ ਸੋਚਿਆ ਵੀ ਕਿਵੇਂ ਬਖਸ਼ਾਵਾਂ, ਕਰ ਕਰਾ ਕੇ ਫੁਰਨਾ ਬਣਾਇਆ, ਜੋ ਗੁਰੂ ਸਾਹਿਬ ਨੇ ਉੱਥੇ ਜਾ ਕੇ ਸਜ਼ਾ ਦੇਣੀ ਹੈ ਇੱਥੋਂ ਹੀ ਮੈਂ ਉਹ ਰੂਪ ਬਣਾ ਕੇ ਤੁਰਾਂ ਜੀ। ਸੰਗਤ ਜੀ ਸਿਰ ਦੇ ਕੇਸ ਜਿਹੜੇ ਆ, ਕਿਉਂਕਿ ਇਹ ਸਜ਼ਾ ਹੈ, ਮੈਂ ਫਿਰ ਬੇਨਤੀ ਕਰਨ ਲੱਗਾ। ਕਈ ਕਹਿਣਗੇ ਮਹਾਰਾਜ ਇਹ ਕਿਉਂ ਬਚਨ ਕਰਤਾ? ਸੰਗਤ ਜੀ ਇਹ ਸਜ਼ਾ ਹੈ। ਉਹ ਫਿਰ ਆਪ ਮੁੰਡੇ ਆ, ਫਿਰ ਮੁੱਖ ਕਾਲਾ ਕੀਤਾ, ਗਧੇ ਤੇ ਬੈਠੇ ਆ, ਢੋਲੀ ਨਾਲ ਲਿਆ, ਲਾਹੌਰ ਤੋਂ ਤੁਰ ਪਏ ਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧਕਾਉਂਦਿਆਂ ਰਸਤੇ 'ਚ ਇੱਕ ਦਿਨ ਠਹਿਰਾ ਕੀਤਾ। ਗੁਰੂ ਜੀ ਧਕਾਉਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ ਦੀ ਪਰਿਕਰਮਾ ਕਰ ਲਈ ਜੀ। ਲੋਕ ਵੇਖ ਵੇਖ ਹੈਰਾਨ ਹੋਣ, ਇਹ ਕੌਣ ਹੈ? ਜਦੋਂ ਨੇੜੇ ਹੁੰਦੇ ਆ ਪਛਾਣਦੇ ਆ ਤੇ ਪਤਾ ਲੱਗਦਾ ਇਹ ਤੇ ਭਾਈ ਲੱਦਾ ਜੀ ਨੇ ਜੀ। ਭਾਈ ਲੱਦਾ ਜੀ ਗੁਰੂ ਜੀ ਦੀ ਹਾਜ਼ਰੀ ਵਿੱਚ ਪਹੁੰਚੇ ਜੀ। ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਆ, ਭਾਈ ਇਹ ਭੇਖ ਕਿਉਂ ਬਣਾਇਆ? ਭਾਈ ਲੱਦਾ ਜੀ ਗਧੇ ਦੇ ਉੱਤੇ ਬੈਠੇ ਮਹਾਰਾਜ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਸੱਤੇ ਤੇ ਬਲਵੰਡੇ ਦੀ ਜਿਹੜਾ ਸਿਫਾਰਿਸ਼ ਕਰੇਗਾ ਉਹਦੇ ਪਰਥਾਏ ਤੁਸੀਂ ਇਹ ਬਚਨ ਕੀਤੇ ਆ, ਉਹਦਾ ਮੁੱਖ ਕਾਲਾ ਕੀਤਾ ਜਾਣਾ, ਗਧੇ ਤੇ ਬਿਠਾਇਆ ਜਾਣਾ। ਮਹਾਰਾਜ ਇਹ ਸਾਰਾ ਕੁਝ ਮੈਂ ਪਹਿਲਾਂ ਹੀ ਕਰ ਦਿੱਤਾ ਹੈ, ਹੁਣ ਕਿਰਪਾ ਕਰੋ ਤੇ ਸੱਤੇ ਬਲਵੰਡੇ ਨੂੰ ਬਖਸ਼ ਲਓ ਮਹਾਰਾਜ। ਸੰਗਤ ਜੀ ਕੋਈ ਵਿਰਲਾ ਹੀ ਐਸਾ ਹੁੰਦਾ, ਕੋਈ ਵਿਰਲਾ। ਅੱਜ ਬੰਦਾ ਸੋਚਦਾ ਹੈ ਰੱਬ ਸਭ ਦਾ ਭਲਾ ਕਰੇ ਪਰ ਸ਼ੁਰੂ ਮੇਥੋਂ ਕਰੇ, ਕਹਿੰਦੇ ਕੋਈ ਵਿਰਲਾ ਸਿੱਖ ਹੋਏਗਾ। ਭਾਈ ਲੱਦਾ ਜੀ ਜੈਸੇ ਪਰਉਪਕਾਰੀ, ਆਪਣਾ ਬਿਗਾਰ ਬਿਗਾਨਾ ਸਾਂਡੇ। ਆਪਣਾ ਭਾਵੇਂ ਨੁਕਸਾਨ ਹੋ ਜੇ, ਦੂਜੇ ਦਾ ਭਲਾ ਕਰਨਾ ਹੈ ਜੀ। ਆਖੋ ਸਾਰੇ ਧੰਨ ਭਾਈ ਲੱਦਾ ਜੀ, ਧੰਨ ਭਾਈ ਲੱਦਾ ਜੀ, ਧੰਨ ਭਾਈ ਲੱਦਾ ਜੀ, ਧੰਨ ਭਾਈ ਲੱਦਾ, ਧੰਨ ਭਾਈ ਲੱਦਾ ਜੀ, ਧੰਨ ਭਾਈ ਲੱਦਾ, ਧੰਨ ਭਾਈ ਲੱਦਾ ਜੀ, ਧੰਨ ਭਾਈ ਲੱਦਾ, ਧੰਨ ਭਾਈ ਲੱਦਾ ਜੀ, ਧੰਨ ਭਾਈ ਲੱਦਾ। ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਕਹਿੰਦੇ ਭਾਈ ਲੱਦਾ ਜੀ ਨੂੰ ਇਸ਼ਨਾਨ ਕਰਾਓ, ਨਵੇਂ ਬਸਤਰ ਪਵਾਓ। ਲੱਦਾ ਜੀ ਨੂੰ ਇਸ਼ਨਾਨ ਕਰਾ ਕੇ ਨਵੇਂ ਬਸਤਰ ਪਵਾਏ। ਲੱਦਾ ਜੀ ਆਉਂਦਿਆਂ ਹੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਨਾਲ ਲਿਪਟ ਗਏ ਜੀ। ਮਹਾਰਾਜ ਕਹਿੰਦੇ ਲੱਦਾ ਜੀ ਤੁਸੀਂ ਪਰਉਪਕਾਰੀ ਹੋ, ਤੁਸੀਂ ਇੰਨੀ ਖੇਚਲ ਕਿਉਂ ਕੀਤੀ? ਤੁਸੀਂ ਵੈਸੇ ਹੀ ਕਹਿੰਦੇ ਅਸੀਂ ਸੱਤੇ ਤੇ ਬਲਵੰਡੇ ਨੂੰ ਬਖਸ਼ ਦੇਣਾ ਸੀ, ਕਹਿਣ ਲੱਗੇ। ਭਾਈ ਲੱਦਾ ਜੀ ਕਹਿੰਦੇ ਮਹਾਰਾਜ ਮੈਂ ਤੇ ਤੁਹਾਡਾ ਸਿੱਖ ਹੈਗਾ,
ਮੇਰਾ ਕੰਮ ਹੈ ਤੁਹਾਡਾ ਬਚਨ ਮੰਨਣਾ। ਮਹਾਰਾਜ ਕਹਿੰਦੇ ਸੱਦੋ ਫਿਰ ਸੱਤੇ ਬਲਵੰਡੇ ਨੂੰ। ਸੱਦਿਆ। ਮਹਾਰਾਜ ਸੱਤਾ ਤੇ ਬਲਵੰਡ ਨੂੰ ਕਹਿਣ ਲੱਗੇ ਗਲਤੀ ਤੇ ਤੁਹਾਡੀ ਬਹੁਤ ਵੱਡੀ ਹੈ, ਪਰ ਭਾਈ ਲੱਦੇ ਦੇ ਕਹਿਣ ਤੇ ਤੁਹਾਨੂੰ ਬਖਸ਼ ਰਹੇ ਆ। ਕਹਿਣ ਲੱਗੇ ਭਾਈ ਲੱਦਾ ਨਾ ਕਹਿੰਦਾ ਤੇ ਬਖਸ਼ਣਾ ਨਹੀਂ ਸੀਗਾ। ਮਹਾਰਾਜ ਕਹਿਣ ਲੱਗੇ ਤੁਹਾਨੂੰ ਬਖਸ਼ਿਆ। ਤੇ ਭਾਈ ਲੱਦਾ ਜੀ ਕਹਿੰਦੇ ਮਹਾਰਾਜ ਇਹਨਾਂ ਦਾ ਕੋੜ ਵੀ ਸਹੀ ਹੋ ਜਾਏ। ਮਹਾਰਾਜ ਮੁੜ ਕੀਰਤਨ ਕਰਨਾ। ਮਹਾਰਾਜ ਕਹਿਣ ਲੱਗੇ ਦੁੱਖ ਭੰਜਨੀ ਬੇਰੀ ਇਸ਼ਨਾਨ ਕਰਨਾ। ਇਸ਼ਨਾਨ ਕਰਕੇ ਜਿਸ ਮੁਖ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕੀਤੀ ਹੈ, ਉਸੇ ਮੁਖ ਨਾਲ ਗੁਰੂ ਦੀ ਸਿਫਤ ਕਰੇ, ਵਡਿਆਈ ਕਰਨ, ਕੋੜ ਠੀਕ ਹੋ ਜਾਏਗਾ ਜੀ। ਕੱਲ ਤੁਸੀਂ ਉਹ ਵਾਰ ਸੁਣੀ ਸੀ ਕਿ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵਦੈ, ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲਹਿਣੇ ਤਰਿਉਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੂਏ ਜੀਵਦੈ, ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਠੀਵਦੈ, ਸਹਿ ਟਿੱਕਾ ਦੀ ਤੋਸ ਜੀਵਦੈ। ਮਹਾਰਾਜ ਜੀ ਦੀ ਸਿਫਤ ਕਰਨ ਲੱਗੇ ਆ ਸੰਗਤ ਵਿੱਚ। ਇੱਥੋਂ ਹੁਣ ਆਪਾਂ ਪ੍ਰਸੰਗ ਸਰਵਣ ਕਰੀਏ। ਸੱਤੇ ਤੇ ਬਲਵੰਡੇ ਨੂੰ ਕੋੜ ਹੋਇਆ ਸੰਗਤ ਦੇ ਵਿੱਚ ਖਲੋਤੇ ਹੋਏ ਹਨ। ਅੱਗੋਂ ਕਥਾ ਸਰਵਣ ਕਰੀਏ। ਪਿਆਰ ਵਿੱਚ ਆਓ, ਗੱਜ ਕੇ ਕਹੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਧੰਨ ਸਾਹਿਬ ਧੰਨ ਜੀ ਸ੍ਰੀ ਗੁਰੂ ਮਹਾਰਾਜ। ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਰ ਗੱਜ ਕੇ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ। ਭਿੰਨ ਭਿੰਨ ਪੁਨ ਪੰਚੋਂ ਗੁਰ ਕੀ, ਨਿਜ ਬਾਣੀ ਤੇ ਕੀਰਤ ਗਾਓ। ਸਾਧ ਸੰਗਤ ਜੀ ਫਿਰ ਭਾਈ ਲੱਦਾ ਜੀ ਸੱਤਾ ਬਲਵੰਡ ਜੀ ਨੂੰ ਕਹਿਣ ਲੱਗੇ, ਕਹਿੰਦੇ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਨਹੀਂ, ਪੰਜੇ ਹੀ ਗੁਰੂਆਂ ਦੀ ਸਿਫਤ ਕਰੋ। ਕਹਿਣ ਲੱਗੇ ਪੰਜੇ ਪਾਤਸ਼ਾਹੀਆਂ ਦੀ ਸਿਫਤ ਕਰੋ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ। ਹਾਂਜੀ। ਹੋਏ ਨਿਸ਼ਕਪਟ ਗਰਭ ਕੋ ਪਰ ਹਰ, ਸਤ ਸੰਗਤ ਮਹਿ ਬਹੁਰ ਸਮਾਓ। ਹੰਕਾਰ ਛੱਡ ਕੇ ਨਿਸ਼ਕਪਟ ਹੋ ਕੇ ਪਿਆਰ ਨਾਲ ਗੁਰੂ ਜੀ ਦੀ ਸਿਫਤ ਕਰੋ ਤੇ ਤਾਂ ਤੁਹਾਨੂੰ ਸੰਗਤ ਵਿੱਚ ਮੁੜ ਥਾਂ ਮਿਲ ਜਾਏਗੀ। ਕਹਿਣ ਲੱਗੇ ਸੰਗਤ ਵਿੱਚ ਰਲ ਜਾਓਗੇ। ਕਹਿਣ ਲੱਗੇ ਇਹ ਸਤ ਭਾਈ ਲੱਦਾ ਜੀ ਕਹਿ ਰਹੇ ਜੀ ਉਹਨਾਂ ਨੂੰ ਮਹਾਰਾਜ ਕੋਲੋਂ ਸੁਣ ਕੇ। ਸੁਨ ਹਰਖੇ ਜਨ ਅੰਮ੍ਰਿਤ ਬਰਖੇ। ਕਹਿਣ ਲੱਗੇ ਫਿਰ ਸੁਣ ਕੇ ਨਾ ਸੰਗਤ ਜੀ ਦੋਵੇਂ ਹੀ ਬੜੇ ਖੁਸ਼ ਹੋਏ ਜੀ। ਮਾਨੋ ਮੁਰਦੇ ਦੇ ਮੂੰਹ 'ਚ ਜਿਵੇਂ ਅੰਮ੍ਰਿਤ ਪੈਂਦਾ ਹੈ ਨਾ ਤਾਂ ਖੁਸ਼ ਹੁੰਦਾ ਹੈ, ਇਸ ਤਰ੍ਹਾਂ ਖੁਸ਼ ਹੋਏ ਜੀ ਫਿਰ ਉਹ। ਹਾਂਜੀ। ਦੁੱਖ ਦਾਰਿਦ ਔਰ ਸਰਬ ਬਿਲਾਓ। ਉਹਨਾਂ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਸਾਡੇ ਦੁੱਖ ਦਰਦ ਦੂਰ ਹੋ ਹੀ ਗਏ ਨੇ ਜੀ। ਅਸੀਂ ਹੁਣ ਮਹਾਰਾਜ ਦੀ ਸਿਫਤ ਕਰਾਂਗੇ। ਚੇਤਾ ਰੱਖਿਓ ਨਿੰਦਿਆ ਬੰਦਾ ਕਰ ਤੇ ਬੈਠਦਾ ਹੈ, ਭੁਗਤਣੀ ਬੜੀ ਔਖੀ ਪੈਂਦੀ ਹੈ ਜੀ। ਆੜੜ ਆਵੈ ਬਿਲ ਲਾਵੈ, ਨਿੰਦਕ ਆਪਣਾ ਕੀਤਾ ਪਾਵੈ ਨਿੰਦਕ। ਹਾਂਜੀ। ਸ਼੍ਰੀ ਦੁਖ ਭੰਜਨ ਮੱਜਨ ਕੀਨੋ। ਦੋਵਾਂ ਨੂੰ ਆਖਿਆ ਭਾਈ ਉਠੋ, ਦੁੱਖ ਭੰਜਨੀ ਬੇਰੀ ਦੇ ਹੇਠਾਂ ਇਸ਼ਨਾਨ ਕਰੋ। ਕਿਉਂ? ਉੱਥੇ ਕੋੜੀਆਂ ਦੇ ਕੋੜ ਠੀਕ ਹੁੰਦੇ ਨੇ। ਸਿਮਰ ਨਾਮ ਸ਼੍ਰੀ ਗੁਰ ਕਰ ਭਾਓ। ਕਹਿਣ ਲੱਗੇ ਭਾਈ ਗੁਰੂ ਸਾਹਿਬ ਜੀ ਦਾ ਨਾਮ ਸਿਮਰ ਕੇ ਭਾਵਨਾ ਦੇ ਨਾਲ ਇਸ਼ਨਾਨ ਕਰਿਓ। ਹਾਂਜੀ। ਸ਼੍ਰੀ ਅਰਜਨ ਕੇ ਪੁਨ ਹੋਏ ਸਨਮੁਖ, ਠਾਂਡੇ ਰਪਏ ਦਰ ਦਰਪ ਨਿਕੰਦ। ਤੇ ਫਿਰ ਇਸ਼ਨਾਨ ਕੀਤਾ ਜੀ ਉਹਨਾਂ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਮਣੇ ਖਲੋ ਗਏ
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖਲੋ ਕੇ ਪੂਰੀ ਨਿਮਰਤਾ ਵਿੱਚ ਆ ਗਏ ਜੀ। ਹੰਕਾਰ ਕੱਢ ਦਿੱਤਾ ਆਪਣੇ ਮਨ ਵਿੱਚੋਂ ਜੀ, ਬਸ ਇਹ ਨਿਕਲ ਗਿਆ ਤੇ ਗੱਲ ਬਣ ਗਈ ਜੀ। ਹਾਂਜੀ। ਰੁਚਿਰ ਰਾਗਨੀ ਰਾਮ ਕਲੀ ਵਿੱਚ ਕਈ ਵਾਰ ਉਰ ਧਾਰ ਆਨੰਦ। ਤੇ ਫਿਰ ਰੁਚਿਰ ਰਾਗਨੀ ਰਾਮ ਕਲੀ ਵਿੱਚ ਕਰੀ ਵਾਰ ਉਰ ਧਾਰ ਆਨੰਦ, ਬੜੇ ਆਨੰਦ ਵਿੱਚ ਗਾ ਕੇ ਰਾਮ ਕਲੀ ਰਾਗਣੀ ਦੇ ਵਿੱਚ ਫਿਰ ਇਹਨਾਂ ਨੇ ਵਾਰ ਉਚਾਰੀ ਜੀ। ਸੰਗਤ ਜੀ, ਕੱਲ ਉਸ ਵਾਰ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸੀਗਾ ਜੀ। ਹਾਂਜੀ। ਪੌੜੀ ਚਾਰ ਮਝਾਰ ਕਹਿਓ ਸ਼ੁਭ, ਸ਼੍ਰੀ ਨਾਨਕ ਕੋ ਸੁਜਸ ਬੇਲੰਦ। ਗੱਜ ਕੇ ਆਖੋ ਵਾਹਿਗੁਰੂ। ਜਿਸ ਵਾਰ ਦੀਆਂ ਕੁੱਲ 8 ਪੌੜੀਆਂ ਨੇ ਜੀ, ਇਸ ਵਾਰ ਵਿੱਚ ਕੋਈ ਸ਼ਲੋਕ ਨਹੀਂ ਹੈ, ਕੋਈ ਰਹਾਓ ਨਹੀਂ ਹੈ, ਕੇਵਲ ਸੰਗਤ ਜੀ 8 ਪੌੜੀਆਂ ਹੀ ਨੇ ਜੀ ਰਾਮਕਲੀ ਕੀ ਵਾਰ ਵਿੱਚ ਜੀ। ਇੱਕ ਰਾਮਕਲੀ ਰਾਗ ਵਿੱਚ ਇੱਕ ਹੋਰ ਵਾਰ ਹੈ, ਉਹ ਹੈ ਗੁਰੂ ਸਾਹਿਬਾਂ ਦੀ। ਇਹ ਹੈ ਸੱਤਾ ਤੇ ਬਲਵੰਡ ਜੀ ਦੀ ਜੀ। ਰਾਮਕਲੀ ਕੀ ਵਾਰ ਜਦੋਂ ਫਿਰ ਇਹਨਾਂ ਉਚਾਰਨ ਕੀਤੀ ਹੈ, ਪਹਿਲੀਆਂ 4 ਪੌੜੀਆਂ ਗੁਰੂ ਨਾਨਕ ਦੇਵ ਜੀ ਦੀ ਸਿਫਤ ਦੀਆਂ ਉਚਾਰਨ ਕੀਤੀਆਂ ਜੀ। ਇੱਕ ਪੌੜੀ ਦਾ ਪਾਠ ਹੁਣੇ ਤੁਸੀਂ ਸੁਣਿਆ ਨਾ, ਨਾਉ ਕਰਤਾ ਕਾਦਰ ਕਰੇ, ਕਿਉ ਬੋਲ ਹੋਵੇ ਜੋ ਖੀਮਦਾ, ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦਾ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵਦਾ। ਉਹ ਜਿਹੜਾ ਰਾਜ ਚਲਾਇਆ ਤੇ ਉਹਦਾ ਫਿਰ ਲਹਿਣੇ ਧਰਿਓਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦਾ। ਉਹਦਾ ਫਿਰ ਜਿਹੜਾ ਅੱਗੋਂ ਛਤਰ ਹੈ ਲਹਿਣਾ ਜਿਹਨੂੰ ਦਿੱਤਾ ਹੈ। ਸੰਗਤ ਜੀ 4 ਪੌੜੀਆਂ ਜਿਹੜੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਦੀਆਂ ਉਚਾਰਨ ਕੀਤੀਆਂ ਜੀ। ਹਾਂਜੀ। ਹੋਤੀ ਜਥਾ ਮਤ ਤਥਾ ਕਹਿਓ ਤਬ। ਜਿੰਨੀ ਕੁ ਮਤ ਸੀਗੀ ਸਾਧ ਸੰਗਤ ਜੀ, ਉਸ ਹਿਸਾਬ ਨਾਲ ਇਹਨਾਂ ਨੇ ਗੁਰੂ ਦੀ ਸਿਫਤ ਕੀਤੀ। ਮੈਂ ਬੇਨਤੀ ਕਰਾਂ, ਜਿੰਨੀ ਇਹਨਾਂ ਦੀ ਮਤ ਹੈ ਇਹਨਾਂ ਨੇ ਸਿਫਤ ਕੀਤੀ ਹੈ। ਗੁਰੂ ਦੀ ਸਿਫਤ ਤੇ ਬਹੁਤ ਵੱਡੀ ਹੈ ਜੀ। ਕੱਜ ਕੇ ਆਖੋ ਵਾਹਿਗੁਰੂ। ਤੁਸੀਂ ਸਿਆਣੇ ਬੈਠੇ ਹੋ ਸਰੀਰ। ਇੱਕ ਹੁੰਦਾ ਮਾਪਣਾ, ਇੱਕ ਹੁੰਦਾ ਤੋਲਣਾ, ਇੱਕ ਹੁੰਦਾ ਗਿਣਨਾ। 3 ਪੈਮਾਨੇ ਨੇ ਨਾ। ਕੱਪੜਾ ਮਾਪਦੇ ਆ ਅਸੀਂ, ਮਾਪਣਾ। ਧਰਤੀ ਵੀ ਮਾਪੀ ਜਾਂਦੀ ਹੈ ਗਜਾਂ ਦੇ ਹਿਸਾਬ ਨਾਲ। ਅੰਨ ਤੋਲਦੇ ਆ, ਨੋਟ ਗਿਣਦੇ ਆ, ਪੈਸਾ ਗਿਣਦੇ ਆ। ਗੁਰੂ ਸਾਹਿਬ ਦੀ ਸਿਫਤ ਐਸੀ ਹੈ ਜਿਹੜੀ ਨਾ ਨਾਪੀ ਜਾ ਸਕਦੀ ਹੈ, ਨਾ ਤੋਲੀ ਜਾ ਸਕਦੀ ਹੈ, ਨਾ ਗਿਣੀ ਜਾ ਸਕਦੀ ਹੈ ਜੀ। ਗੁਰੂ ਦੀ ਸਿਫਤ ਇਹਨਾਂ ਤੋਂ ਵੱਡੀ ਹੈ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਜੀ ਦੀ ਸਿਫਤ ਇਹਨਾਂ ਨੇ ਉਚਾਰਨ ਕੀਤੀ, ਆਪਣੀ ਮਤ ਅਨੁਸਾਰ ਸਿਫਤ ਉਚਾਰਨ ਕੀਤੀ। ਹੋਨ ਕ੍ਰਿਤਾਰਥ ਸਵਾਰਥ ਬੰਦ। ਤੇ ਕਿਉਂ ਸਵਾਰਥ ਹੈ ਕਿ ਮਹਾਰਾਜ ਸਿਫਤ ਸੁਣ ਕੇ ਸਾਡਾ ਦੁੱਖ ਦੂਰ ਕਰ ਦੇਣ ਜੀ। ਹਾਂਜੀ। ਇੱਕ ਇੱਕ ਪੌੜੀ ਚਤੁਰ ਗੁਰੂ ਕੀ, ਸੁੰਦਰ ਕੀਰਤ ਕਹੀ ਬਨਾਏ। ਇੱਕ ਇੱਕ ਪੌੜੀ 4 ਗੁਰੂ ਸਾਹਿਬਾਂ ਦੀ ਉਚਾਰਨ ਕੀਤੀ ਜੀ। ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ। ਇਹ ਗੁਰੂ ਅੰਗਦ ਦੇਵ ਜੀ ਦੀ ਉਚਾਰਨ ਕੀਤੀ ਜੀ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਪਿਓ ਦਾਦੇ ਜੇ ਵੇਹਾ ਪੋਤਾ ਪਰਵਾਨ। ਗੱਜ ਕੇ ਆਖੋ। ਇਹ ਗੁਰੂ ਅਮਰਦਾਸ ਜੀ ਬਾਰੇ ਕਿਹਾ। ਪਿਤਾ ਗੁਰੂ ਅਮਰਦਾਸ ਜੀ ਦੇ ਪਿਤਾ ਗੁਰੂ ਅੰਗਦ ਦੇਵ ਜੀ, ਤੇ ਗੁਰੂ ਅੰਗਦ ਦੇਵ ਜੀ ਦੇ ਪਿਤਾ ਗੁਰੂ ਨਾਨਕ ਸਾਹਿਬ ਜੀ ਗੁਰੂ ਅਮਰਦਾਸ ਜੀ ਦੇ ਦਾਦਾ ਜੀ ਹੋ ਗਏ ਜੀ। ਕਹਿੰਦੇ ਪਿਓ ਤੇ ਦਾਦੇ ਵਰਗਾ ਅੱਗੋਂ ਪੋਤਰਾ ਆ ਕੇ ਬੈਠ ਗਿਆ ਫਿਰ ਗੱਦੀ ਤੇ। ਗੁਰੂ ਅਮਰਦਾਸ ਜੀ ਪਿਓ ਦਾਦੇ ਜੇ ਵੇਹਾ ਪੋਤਾ ਪਰਵਾਨ, ਜਿਨ ਬਾਸਕ ਨੇਤਰ ਘੱਤਿਆ ਕਰ ਨੇਹੀ ਤਾਣ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ। 14 ਰਤਨ ਨਿਕਾਲੇਨ ਕੀ ਤੋਨ ਚਾਨਾਣ, ਘੋੜਾ ਕੀਤੋ ਸਹਿਜਦਾ ਜਤ ਕੀਓ ਪਲਾਣ, ਧੜਖ ਧਣਖ ਚੜਾਇਓ ਸਤ ਦਾ ਜਸ ਹੰਦਾ ਬਾਣ। ਕਲ ਵਿੱਚ ਧੂ ਅੰਦਾਰ ਸਾ
ਚੜਿਆ ਰਹਿ ਭਾਣ, ਸਤਹੋ ਖੇਤ ਜਮਾਇਓ ਸਤਹੋ ਛਾਵਾਨ। ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਮਹਾਰਾਜ ਬਹੁਤ ਕੁਝ ਬਣਵਾਉਂਦੇ ਸੀ ਨਾ ਗੁਰੂ ਅਮਰਦਾਸ ਜੀ ਲੰਗਰ ਵਿੱਚ। ਗੱਜ ਕੇ ਆਖੋ ਵਾਹਿਗੁਰੂ। ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਚਾਰੇ ਕੁੰਡਾਂ ਸੁਝਿਓਸ ਮਨ ਮਹਿ ਸ਼ਬਦ ਪ੍ਰਵਾਨ। ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ, ਔ ਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ। ਝੱਖੜ ਵਾਓ ਨਾ ਡੋਲਈ ਪਰਬਤ ਮੇਰਾਨ। ਜਿਵੇਂ ਮੇਰੂ ਪਰਬਤ ਹੁੰਦਾ ਹੈ ਉਹ ਡੋਲਦਾ ਨਹੀਂ ਹੈ। ਹੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਬੜੀਆਂ ਹਨੇਰੀਆਂ ਆਈਆਂ, ਬੜੇ ਝੱਖੜ ਚੱਲੇ 12 ਸਾਲਾਂ ਦੀ ਸੇਵਾ ਵਿੱਚ, ਤੁਸੀਂ ਨਹੀਂ ਡੋਲੇ ਮਹਾਰਾਜ। ਇੱਕ ਗੁਰਮੁਖ ਨੇ ਕਿਤਾਬ ਲਿਖੀ, ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਗੁਰੂ ਅਮਰਦਾਸ ਜੀ ਦਾ ਜੀਵਨ ਲਿਖਿਆ। ਨਾਮ ਕਿਤਾਬ ਦਾ ਰੱਖਿਆ ਪਰਬਤ ਮੇਰਾਨ। ਉਹ ਪਰਬਤ ਜਿਹੜਾ ਡੋਲਦਾ ਨਹੀਂ ਹੈ। ਅੱਗੋਂ ਕਹਿੰਦੇ ਜਾਣੈ ਬਿਰਥਾ ਜੀਏ ਕੀ, ਜਾਣੀ ਹੂੰ ਜਾਣ। ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਦਾਨ। ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ। ਲੋਕ ਹੈਰਾਨ ਹੋ ਗਏ ਸਨ ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਮਿਲੀ ਸੀਗੀ ਜੀ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਪਹਿਲਾਂ ਵਾਲੇ ਹੀ ਕੰਮ ਸਨ ਸਾਰੇ ਜੀ। ਪਿਓ ਦਾਦੇ ਜੇ ਵੇਹਾ ਪੋਤਰਾ ਪ੍ਰਵਾਨ। ਫਿਰ ਗੁਰੂ ਰਾਮਦਾਸ ਜੀ ਦੀ ਸਿਫਤ ਉਚਾਰੀ ਕੱਲ ਤੁਸੀਂ ਸੁਣੀ ਸਾਰਿਆਂ ਨੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਹੇ ਗੁਰੂ ਰਾਮਦਾਸ, ਜਿਸ ਵਾਹਿਗੁਰੂ ਨੇ ਤੁਹਾਨੂੰ ਸਿਰਜਿਆ ਉਹਨੇ ਹੀ ਸਵਾਰਿਆ। ਸਿੱਖ ਸੰਗਤਾਂ ਨੇ ਪਾਰ ਬ੍ਰਹਮ ਕਰਕੇ ਤੁਹਾਨੂੰ ਨਮਸਕਾਰ ਕੀਤੇ। ਹੇ ਗੁਰੂ ਰਾਮਦਾਸ, ਜਿਹੜੇ ਤੁਹਾਨੂੰ ਜਪਦੇ ਉਹਨਾਂ ਅੰਦਰੋਂ ਕਾਮ ਕ੍ਰੋਧ ਚਲੇ ਜਾਂਦਾ ਹੈ। ਹੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਧੰਨ ਹੋ, ਤੁਹਾਡਾ ਅਸਥਾਨ ਧੰਨ ਹੈ। ਤੇ ਅਖੀਰ ਤੇ ਕਿੱਥੇ ਗੱਲ ਟਿਕਾਉਂਦੇ ਆ? ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿਠਾ ਤਾਂ ਮਨ ਸਾਧਾਰਿਆ। ਜਿਨੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਉਹਦਾ ਮਨ ਪਵਿੱਤਰ ਹੋ ਗਿਆ ਜੀ। ਪੰਜਵੇਂ ਪਾਤਸ਼ਾਹ ਜੀ ਦੀ ਸਿਫਤ ਸੁਣੀ, ਉਚਾਰੀ ਉਹਨਾਂ। ਕੱਲ ਤੁਸੀਂ ਸੁਣੀ ਸੀ ਨਾ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ਉਗਵਣ ਹੋ ਤੈ ਆਥਵਣ ਹੋ ਚਹੁ ਚੱਕੀ ਕੀਨ ਲੋਆ। ਜਿੱਥੋਂ ਸੂਰਜ ਚੜ੍ਹਦਾ ਜਿੱਥੇ ਜਾ ਕੇ ਛੁਪਦਾ, ਉਗਵਣ ਹੋ ਉਗਦਾ, ਆਥਵਣ ਹੋ ਛੁਪਦਾ। ਜਿੱਥੋਂ ਆਰੰਭ ਹੁੰਦਾ ਜਿੱਥੇ ਜਾ ਕੇ ਛੁਪਦਾ, ਉੱਥੋਂ ਤੱਕ ਗੁਰੂ ਅਰਜਨ ਦੇਵ ਜੀ ਨੇ ਚਾਨਣ ਕਰ ਦਿੱਤਾ ਜੀ। ਬਾਣੀ ਦਾ ਚਾਨਣ ਕਰ ਦਿੱਤਾ। ਆਖੋ ਵਾਹਿਗੁਰੂ। ਉਗਵਣ ਹੋ ਤੈ ਆਥਵਣ ਹੋ ਚਹੁ ਚੱਕੀ ਕੀਨ ਲੋਆ। ਨਾਲ ਹੀ ਲਿਖਦੇ ਆ, ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਭਇਆ ਮੋਆ। ਪਹਿਲਾਂ ਇਹਨਾਂ ਤੇ ਪੰਗਤੀ ਢੁੱਕਦੀ ਸੀਗੀ ਜੀ। ਐਸੇ ਗੁਰੂ ਨੂੰ ਜਿਨ੍ਹਾਂ ਨੇ ਨਹੀਂ ਪੂਜਿਆ, ਨਹੀਂ ਸੇਵਿਆ, ਨਹੀਂ ਮੰਨਿਆ, ਆਤਮਕ ਮੌਤੇ ਮਰੇ ਜੀ ਉਹ। ਫਿਰ ਕਿਉਂ? ਦੂਣੀ ਚੌਣੀ ਕਰਾਮਾਤ ਸੱਚੇ ਦਾ ਸੱਚਾ ਢੋਆ। ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ। ਗੱਜ ਕੇ ਆਖੋ ਵਾਹਿਗੁਰੂ। ਪੰਜਵੇਂ ਪਾਤਸ਼ਾਹ ਦੀ ਸਿਫਤ ਕੀਤੀ, ਵਾਰ ਮੁਕੰਮਲ ਕੀਤੀ ਜੀ ਇਹਨਾਂ ਨੇ। ਹਾਂਜੀ। ਸ੍ਰੀ ਅਰਜਨ ਪ੍ਰਤੱਖ ਅਗਰ ਥਿਤ, ਹਾਥ ਜੋਰ ਸਭ ਦਈ ਸੁਨਾਏ। ਤੇ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਰਾਗ ਵਿੱਚ ਫਿਰ ਸਾਰੀ ਸੁਣਾਈ ਦੀ ਇਹਨਾਂ ਨੇ। ਇੱਕ ਵਾਰੀ ਪੰਗਤੀ ਪੜ੍ਹ ਲਓ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਹੱਥ ਵੀ ਜੋੜ ਲਈਏ। ਸੱਤਾ ਬਲਵੰਡ ਜੀ ਵੀ ਹੱਥ ਜੋੜ ਰਹੇ ਨੇ। ਮਹਾਰਾਜ ਜੀ ਦਾ ਧਿਆਨ ਧਰ ਕੇ ਆਖੋ ਹੱਥ ਜੋੜ ਕੇ। ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਧੰਨ ਧੰਨ
ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ। ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ ਇਹਨਾਂ ਨੇ ਫਿਰ ਇਹ ਵਾਰ ਪੜੀ ਦੀ ਸਾਰੀ। ਹਾਂਜੀ। ਭਏ ਪ੍ਰਸੰਨ ਵਾਰ ਕੋ ਸੁਨ ਕੈ ਤਬ ਸੀਰੀ ਗ੍ਰੰਥ ਬਿਖੈ ਲਿਖਵਾਏ। ਕਹਿੰਦੇ ਜਦੋਂ ਗੁਰੂ ਸਾਹਿਬ ਜੀ ਦੀ ਸਿਫਤਾਂ ਭਰਪੂਰ ਇਹ ਵਾਰ ਉਚਾਰਨ ਕੀਤੇ, ਮਾਲਕ ਗੁਰੂ ਅਰਜਨ ਦੇਵ ਜੀ ਖੁਸ਼ ਹੋਏ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਵਾਰ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਵਾ ਦਿੱਤੀ ਜੀ। ਪਰਵਾਣੀ ਗਈ ਬਾਣੀ ਜੀ, ਸੱਤੇ ਤੇ ਬਲਵੰਡੇ ਦੀ ਉਚਾਰੀ ਵਾਰ ਧੁਰ ਕੀ ਬਾਣੀ ਬਣ ਗਈ ਜੀ। ਹਾਂਜੀ। ਰੋਗ ਸ਼ੀਨ ਪਾਤਨ ਨਵੀਨ ਸ਼ੁਭ ਲੋਕ ਬਿਲੋਕ ਰਹੇ ਬਿਸਮਾਏ। ਤੇ ਸਾਧ ਸੰਗਤ ਜੀ ਜਦੋਂ ਫਿਰ ਮਹਾਰਾਜ ਨੇ ਦ੍ਰਿਸ਼ਟੀ ਪਾਈ ਨਾ, ਇਹਨਾਂ ਨੇ ਵਾਰ ਉਚਾਰੀ, ਦ੍ਰਿਸ਼ਟੀ ਪਾਈ, ਸੰਗਤ ਸਾਰੀ ਵੇਖ ਕੇ ਹੈਰਾਨ ਹੋ ਗਈ। ਉਸੇ ਵੇਲੇ ਕੋੜ ਦਾ ਰੋਗ ਠੀਕ ਹੋ ਗਿਆ ਜੀ, ਪ੍ਰਤੱਖ ਸੰਗਤ ਵਿੱਚ ਜੀ। ਉਸੇ ਵੇਲੇ ਕੋੜ ਦਾ ਰੋਗ ਸਹੀ ਹੋਇਆ ਜੀ। ਪਠ ਹੈ ਸੁਨ ਹੈ ਜੋ ਵਾਰ ਪ੍ਰੇਮ ਕਰ ਤਨ ਕੇ ਰੁਜ ਤਿਸ ਕੇ ਹੋਏ ਹਾਨ। ਹੁਣ ਅੱਗੋਂ ਫਿਰ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਸਿੱਖੋ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਬ ਆਖੀ। ਜਿਹੜਾ ਇਸ ਵਾਰ ਦਾ ਪਾਠ ਪ੍ਰੇਮ ਨਾਲ ਕਰੇਗਾ, ਜਿਹੜਾ ਇਸ ਵਾਰ ਦਾ ਪਾਠ ਪ੍ਰੇਮ ਨਾਲ ਸੁਣੇਗਾ, ਉਹਦੇ ਸਾਰੇ ਰੋਗ ਦੂਰ ਹੋਣਗੇ। ਜੇ ਕੋੜ ਠੀਕ ਹੋ ਸਕਦਾ ਹੈ ਤੇ ਦੂਜੇ ਰੋਗਾਂ ਦੀ ਤੇ ਗੱਲ ਹੀ ਕੋਈ ਨਹੀਂ ਜੀ। ਨਿਤ ਪ੍ਰਤ ਨੇਮ ਕਰੈ ਮੁਖ ਉਚਰੈ ਹੈ ਗੁਰ ਕੀ ਸ਼ਰਧਾ ਵਧ ਹੈ ਮਹਾਨ। ਤੇ ਜਿਹੜਾ ਹਰ ਰੋਜ਼ ਪੜ੍ਹੇਗਾ ਨਾ, ਸੁਣੇਗਾ ਪ੍ਰੇਮ ਨਾਲ, ਉਹਦੇ ਮਨ ਵਿੱਚ ਗੁਰੂ ਸਾਹਿਬ ਦੇ ਪ੍ਰਥਾਏ ਸ਼ਰਧਾ ਵਧੇਗੀ। ਸੰਗਤ ਜੀ ਕਿਉਂ ਨਹੀਂ ਪਿਆਰ ਬਣਦਾ ਜਦੋਂ ਸਿੱਖ ਪੰਕਤੀ ਪੜ੍ਹਦੇ ਆ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਕਿਉਂ ਨਹੀਂ ਪ੍ਰੇਮ ਵੱਧਦਾ ਜੀ? ਮਹਾਰਾਜ ਦਾ ਬਚਨ ਹੈ, ਕਹਿੰਦੇ ਰੋਜ਼ ਜਿਹੜਾ ਪਾਠ ਕਰੇਗਾ ਉਹਦਾ ਗੁਰੂ ਨਾਲ ਪ੍ਰੇਮ ਪਏਗਾ। ਮਨ ਬਾਸ਼ਤ ਕੋ ਦੇਤ ਗੁਰੂ ਜਸ ਧਰ ਹੈ ਪ੍ਰੇਮ ਕਰ ਰੂਪ ਜੋ ਧਿਆਨ। ਜਿਹੜਾ ਪ੍ਰੇਮ ਨਾਲ ਗਾਉਂਦਾ, ਪ੍ਰੇਮ ਨਾਲ ਸੁਣਦਾ ਤੇ ਗੁਰੂ ਜੀ ਦਾ ਧਿਆਨ ਧਾਰ ਕੇ ਇਹ ਜਸ ਗਾਉਂਦਾ, ਉਹਨੂੰ ਮਨ ਇੱਛੇ ਫਲ ਵੀ ਮਿਲਦੇ ਆ ਜੀ। ਕਿਉਂਕਿ ਗੁਰੂ ਦੀ ਵਡਿਆਈ ਹੈ ਨਾ ਇਹਦੇ ਵਿੱਚ। ਤੇ ਚੇਤਾ ਰੱਖਿਓ, ਜਿਹੜੇ ਗੁਰੂ ਦੀ ਵਡਿਆਈ ਕਰਦੇ ਆ ਉਹਨਾਂ ਉੱਤੇ ਸਾਰੀ ਕਾਇਨਾਤ ਹੀ ਖੁਸ਼ ਹੋ ਜਾਂਦੀ ਜੀ। ਕਿਉਂ ਖੁਸ਼ ਹੁੰਦੀ? ਕਿਵੇਂ ਖੁਸ਼ ਹੁੰਦੀ? ਇਹ ਨਹੀਂ ਵੀ ਗੁਰੂ ਨੇ ਖੁਸ਼ ਹੋਣਾ ਗੁਰੂ ਦੀ ਵਡਿਆਈ ਸੁਣ ਕੇ, ਨਹੀਂ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਮਿਲ ਕੇ ਗੁਰੂ ਨੂੰ ਵੱਡਾ ਵੱਡਾ ਕਹੀ ਜਾਣ, ਸਤਿਗੁਰੂ ਨੇ ਹਉਮੈ ਚ ਨਹੀਂ ਆਉਣਾ ਜੀ। ਪਰ ਚੇਤਾ ਰੱਖਿਓ, ਇੱਕ ਹੈ ਅਦ੍ਰਿਸ਼ਟ ਦੁਨੀਆ। ਜਿਹੜਾ ਸਿੱਖ ਕਲਗੀਆਂ ਵਾਲੇ ਨੂੰ ਧੰਨ ਧੰਨ ਕਹਿੰਦਾ ਹੈ ਨਾ, ਬਾਬਾ ਦੀਪ ਸਿੰਘ ਜੀ ਉੱਤੇ ਖੁਸ਼ ਹੁੰਦੇ ਨੇ ਜੀ। ਜਿਹੜਾ ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਸਾਹਿਬ ਨੂੰ ਧੰਨ ਧੰਨ ਕਹਿੰਦਾ ਹੈ, ਬਾਬਾ ਬੁੱਢਾ ਜੀ ਉਹਦੇ ਤੇ ਖੁਸ਼ ਹੋ ਜਾਂਦੇ ਆ ਜੀ। ਉਹਦੇ ਤੇ ਸ਼ਹੀਦ ਸਿੰਘ, ਉਹਦੇ ਤੇ ਪੁਰਾਤਨ ਗੁਰਸਿੱਖ ਬੜੇ ਖੁਸ਼ ਹੁੰਦੇ ਆ। ਜਿਹੜਾ ਗੁਰੂ ਜੀ ਦੀ ਵਡਿਆਈ ਕਰਦਾ, ਪੁਰਾਤਨ ਸਿੰਘ, ਸ਼ਹੀਦ ਸਿੰਘ, ਪੁਰਾਤਨ ਸਿੱਖ, ਉਸ ਸਿੱਖ ਤੇ ਆ ਕੇ ਬਖਸ਼ਿਸ਼ ਕਰ ਦਿੰਦੇ ਜਿਹੜਾ ਗੁਰੂ ਦੀ ਵਡਿਆਈ ਕਰਦਾ ਹੈ ਜੀ। ਇਸ ਕਰਕੇ ਗੁਰੂ ਕਿਉਂ ਮਹਾਰਾਜ ਕਹਿੰਦੇ ਨਾ, ਗੁਰਸਿੱਖਾਂ ਕੈ ਮਨ ਭਾਵੰਦੀ ਗੁਰ ਸਤਿਗੁਰ ਕੀ ਵਡਿਆਈ। ਗੁਰਸਿੱਖਾਂ ਨੂੰ ਬੜੀ ਚੰਗੀ ਲੱਗਦੀ। ਕੋਈ ਇਹ ਕਵੇ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਫਲ ਮਿਲੇਗਾ, ਲਾਭ ਮਿਲੇਗਾ। ਪਰ ਕੋਈ ਕਵੇ ਧੰਨ ਗੁਰੂ ਰਾਮਦਾਸ ਜੀ, ਔਰ ਤੇ ਬਾਬਾ ਦੀਪ ਸਿੰਘ ਜੀ ਖੁਸ਼ ਹੋ ਜਾਣਗੇ ਜੀ। ਮੇਰੇ ਗੁਰੂ ਨੂੰ ਧੰਨ ਧੰਨ ਕਹਿ ਰਿਹਾ ਜੀ।
ਕਈ ਗੱਲਾਂ ਸੰਗਤ ਜੀ ਧਿਆਨ ਦੇਣ ਯੋਗ ਹੁੰਦੀਆਂ। ਮੈਂ ਦਾਸ ਨੇ ਕਈ ਘਰਾਂ ਵਿੱਚ ਵੇਖਿਆ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਸਰੂਪ ਉੱਚਾ ਲਾਇਆ ਹੁੰਦਾ, ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਨੀਵੀਂ ਹੁੰਦੀ ਹੈ, ਮਹਾਰਾਜ ਦਾ ਸਰੂਪ ਨੀਵਾਂ ਰੱਖਿਆ ਹੁੰਦਾ। ਜੇ ਤੁਹਾਡੇ ਘਰ ਵਿੱਚ ਵੀ ਇੰਜ ਹੈ ਤਾਂ ਅੱਜ ਹੀ ਬਦਲ ਦਿਓ। ਕਦੀ ਬਾਬਾ ਦੀਪ ਸਿੰਘ ਇਸ ਗੱਲ ਵਿੱਚ ਖੁਸ਼ ਨਹੀਂ ਹੋਣਗੇ ਮੇਰੀ ਫੋਟੋ ਉੱਚੀ ਲਾਈ ਹੋਵੇ ਤੇ ਮੇਰੇ ਗੁਰੂ ਦੀ ਫੋਟੋ ਨੀਵੀਂ ਲਾਈ ਹੋਵੇ ਜੀ। ਧਿਆਨ ਦਿਆ ਕਰੋ, ਕਦੀ ਉਹ ਖੁਸ਼ ਨਹੀਂ ਹੋਣਗੇ। ਇਸ ਵਾਰ ਵਿੱਚ ਸਤਿਗੁਰੂ ਦੀ ਵਡਿਆਈ ਹੈ। ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ, ਕਹਿੰਦੇ ਇਹਦੇ ਵਿੱਚ ਗੁਰੂ ਸਾਹਿਬ ਦਾ ਜਸ ਹੈ। ਹੁਣ ਵੇਖੋ ਨਾ, ਸੱਤੇ ਤੇ ਬਲਵੰਡੇ ਨੇ ਗੁਰੂ ਨਾਨਕ ਸਾਹਿਬ ਦਾ ਜਸ ਕੀਤਾ, ਗੁਰੂ ਅਰਜਨ ਸਾਹਿਬ ਖੁਸ਼ ਹੋ ਗਏ ਜੀ। ਸੋ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਉਹਦੀ ਸ਼ਰਧਾ ਵਧੇਗੀ, ਉਹਨੂੰ ਸਭ ਕੁਝ ਮਿਲੇਗਾ ਜਿਹੜਾ ਗੁਰੂ ਦਾ ਜਸ ਕਰੇਗਾ, ਸਤਿਗੁਰੂ ਦੀ ਵਡਿਆਈ ਕਰੇਗਾ ਜੀ। ਤਾਂ ਆਪਾਂ ਕਹਿੰਦੇ ਨਾ, ਵੱਡੀ ਤੇਰੀ ਵਡਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਹਾਂਜੀ। ਅਸ ਕੋ ਵਸਤ ਜੋ ਹੱਥ ਨਾ ਆਵੈ, ਪਾਠ ਕਰੈ ਸ਼੍ਰੀ ਗ੍ਰੰਥ ਮਹਾਨ। ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ, ਸਾਰੀ ਬਾਣੀ ਦਾ ਪਾਠ ਕਰਦਾ, ਸੁਣਦਾ, ਐਸਾ ਕੋਈ ਫਲ ਨਹੀਂ ਹੈਗਾ ਜਿਹੜਾ ਉਹਦੇ ਹੱਥ ਨਾ ਆਵੇ। ਸਭ ਕੁਝ ਮਿਲਦਾ। ਸੰਤ ਬਾਬਾ ਅਤਰ ਸਿੰਘ ਜੀ ਇਸ਼ਨਾਨ ਕਰਕੇ ਸੁੱਚੇ ਬਸਤਰ ਪਾ ਕੇ ਮਹਾਰਾਜ ਜੀ ਦੀ ਤਾਬਿਆ ਬੈਠਦੇ, ਇੱਕ ਓੰਕਾਰ ਤੋਂ ਪਿਆਰ ਨਾਲ ਪਾਠ ਆਰੰਭ ਕਰਦੇ, ਸਾਰੀ ਬਾਣੀ ਦੇ ਪਾਠ ਦਾ ਭੋਗ ਪਾ ਕੇ ਹੀ ਉੱਠਦੇ ਸੀਗੇ ਜੀ। ਫਿਰ ਜੀ ਕਿੰਨੀ ਵੱਡੀ ਕਮਾਈ ਜੀ, ਕਿੰਨਾ ਵੱਡਾ ਚੌਂਕੜਾ, ਕਿੰਨਾ ਵੱਡਾ ਅਭਿਆਸ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਪਾਠ ਕਰਨ ਵਾਲਿਆਂ ਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਹਾਂਜੀ। ਸਭਾ ਲਗੀ ਸ਼੍ਰੀ ਅਰਜਨ ਜੀ ਤਬ ਲੱਧੇ, ਕੀ ਉਪਮਾ ਵੱਡ ਕੀਨ। ਹੁਣ ਸਾਰੀ ਸਭਾ ਲੱਗੀ ਹੈ, ਉਹਨਾਂ ਦਾ ਵੀ ਕੋੜ ਠੀਕ ਹੋ ਗਿਆ, ਗੁਰੂ ਦੀ ਬਾਣੀ ਵੀ ਉਚਾਰ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲੱਧਾ ਜੀ ਦੀ ਫਿਰ ਸਿਫਤ ਕੀਤੀ ਦੀ। ਸੁਣਿਓ ਧਿਆਨ ਨਾਲ, ਆਖੋ ਧੰਨ ਭਾਈ ਲੱਧਾ ਜੀ। ਹਾਂਜੀ। ਧੰਨ ਸਿੱਖ ਪੁੰਨ ਪਰ ਉਪਕਾਰੀ, ਪਰ ਹਿਤ ਜਿਨਹੁ ਲਾਜ ਤਜ ਦੀਨ। ਸਭ ਤੋਂ ਪਹਿਲਾਂ ਜਿਹੜੀ ਗੱਲ ਗੁਰੂ ਅਰਜਨ ਦੇਵ ਜੀ ਨੇ ਕਹੀ, ਸੰਗਤ ਵਿੱਚ ਭਾਈ ਲੱਧਾ ਜੀ ਨੂੰ ਬਿਠਾ ਕੇ ਕਹਿੰਦੇ, ਸੰਗਤ ਜੀ ਭਾਈ ਲੱਧਾ ਧੰਨ ਹੈਗਾ। ਕਹਿਣ ਲੱਗੇ ਜਿਹਦੀ ਬੜੀ ਸਿਫਤ ਕਰਨੀ ਹੋਵੇ ਉਹਨੂੰ ਬੰਦਾ ਕਹਿੰਦਾ ਭਰਾ ਤੂੰ ਤੇ ਧੰਨ ਹੈਗਾ। ਕਹਿਣ ਲੱਗੇ, ਕਹਿੰਦੇ ਨਾ ਆਪਾਂ, ਗੁਰੂ ਜੀ ਕਹਿੰਦੇ ਭਾਈ ਲੱਧਾ ਜੀ ਧੰਨ ਨੇ ਜਿਨ੍ਹਾਂ ਨੇ ਕਿਸੇ ਦੂਜੇ ਦੇ ਉੱਤੇ ਉਪਕਾਰ ਕਰਨ ਵਾਸਤੇ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ ਜੀ। ਅੱਜ ਬੰਦਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੇਵ ਰੱਖ ਕੇ ਫਿਰ ਗੱਲ ਕਰਦਾ ਜੀ ਕੋਈ। ਹਾਂਜੀ। ਕਰ ਨਾ ਸਕਹਿ ਕੋ ਕਰਿਓ ਸੋ ਐਸੀ, ਜਾਣੇ ਭਈਏ ਰਬਾਬੀ ਦੀਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਸੰਗਤ ਜੀ ਭਾਈ ਲੱਧੇ ਵਰਗਾ ਪਰਉਪਕਾਰ ਦੂਜਾ ਨਹੀਂ ਕੋਈ ਕਰ ਸਕਦਾ। ਵੇਖਿਆ ਰਬਾਬੀ ਦੁਖੀ ਨੇ ਕਿੰਨਾ ਪਰਉਪਕਾਰ ਕੀਤਾ ਭਾਈ ਲੱਧਾ ਜੀ ਨੇ, ਪਰਵਾਹ ਹੀ ਨਹੀਂ ਕੀਤੀ ਆਪਣੀ ਜੀ। ਦਵੈਪੁਰ ਬਿਖੈ ਕੁਬੇਖ ਦਿਖਾਇਓ, ਅਰਜ਼ ਗੁਜ਼ਾਰ ਕੀਏ ਦੁਖ ਹੀਨ। ਕਿਵੇਂ ਮਹਾਰਾਜ ਕਹਿੰਦੇ, ਵੇਖੋ ਲਾਹੌਰ ਤੋਂ ਹੀ ਆਪਣਾ ਭੈੜਾ ਰੂਪ ਬਣਾ ਕੇ ਇੱਥੇ ਵੀ ਆਏ, ਲਾਹੌਰ ਵਿੱਚ ਵੀ ਆਪਣਾ ਮਜ਼ਾਕ ਉਡਵਾਇਆ ਤੇ ਗਧੇ ਦੇ ਉੱਤੇ ਬੈਠ ਕੇ ਸਿੱਖਾਂ ਦੇ ਬਾਰੇ ਸਾਡੇ ਨਾਲ ਬੇਨਤੀ ਕੀਤੀ। ਭਾਈ ਲੱਧਿਆ ਤੂੰ ਧੰਨ ਹੈ। ਕਹਿਣ ਲੱਗੇ, ਹਾਂਜੀ। ਸਾਰ ਮਹਾ ਸਿਮਰਨ ਸਤ ਨਾਮੂ, ਕਾਰ ਮਹਾ ਕਰ ਬੇ ਉਪਕਾਰ। ਤੇ ਸੰਗਤ ਜੀ ਬਚਨ ਮਹਾਰਾਜ ਅੱਗੇ ਡੂੰਘੇ ਕਰਦੇ ਆ, ਪਰ ਬੇਨਤੀ ਧਿਆਨ ਨਾਲ ਸੁਣਿਓ। ਗੱਜ ਕੇ ਆਖੋ ਵਾਹਿਗੁਰੂ। ਆਪਣੇ ਭਲੇ ਲਈ ਕਹਿਣਾ ਜੀ, ਆਪਣੀ ਆਤਮਾ ਦੇ ਭਲੇ ਲਈ ਕਹਿਣਾ ਵਾਹਿਗੁਰੂ ਵਾਹਿਗੁਰੂ। ਇਤਿਹਾਸ ਵਿੱਚ ਇੱਕ ਪ੍ਰਮਾਣ ਨਹੀਂ, ਬੜੇ ਪ੍ਰਮਾਣ ਨੇ ਗੁਰਸਿੱਖਾਂ ਦੇ, ਦੂਜਿਆਂ ਦੇ ਭਲੇ ਵਾਸਤੇ ਆਪਣੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਜੀ।
ਸਾਕਾ ਪੰਜਾ ਸਾਹਿਬ ਦੇ ਸ਼ਹੀਦ ਨੇ ਜੀ। ਸਿੰਘਾਂ ਨੂੰ ਜੇਲ੍ਹ ਵਿੱਚ ਬਿਠਾ ਕੇ ਲੈ ਕੇ ਜਾਣਾ ਹੈ, ਕਈ ਚਿਰ ਦੇ ਭੁੱਖੇ ਹੈ ਤੇ ਸਜ਼ਾ ਵੀ ਇਹੋ ਹੀ ਦਿੱਤੀ ਹੈ ਤੇ ਭੁੱਖੇ ਹੀ ਰਹਿਣਾ, ਉੱਥੇ ਛੱਡਣਾ ਜਿੱਥੇ ਕੋਈ ਇਹਨਾਂ ਦੀ ਵਾਹ ਨਾ ਪੁੱਛੇ ਜੀ। ਤੇ ਗੁਰਸਿੱਖਾਂ ਨੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਚੱਲਦੀ ਟ੍ਰੇਨ ਦੇ ਅੱਗੇ ਲੰਮੇ ਪੈ ਗਏ ਤੇ ਟ੍ਰੇਨ ਰੁਕਵਾਈ ਦੀ ਫਿਰ ਜੀ। ਕਈਆਂ ਦੇ ਅੰਗ ਵੱਢੇ ਗਏ, ਕਈਆਂ ਦੀ ਮੌਤ ਹੋ ਗਈ ਜੀ, ਕਈਆਂ ਦੇ ਸਰੀਰ ਟੋਟੇ ਟੋਟੇ ਹੋ ਗਏ। ਮਨ ਵਿੱਚ ਦੂਜਿਆਂ ਦੇ ਭਲੇ ਦੀ ਇੱਛਾ ਹੈਗੀ ਹੈ ਜੀ। ਬਾਬਾ ਖੁਦਾ ਸਿੰਘ ਹੋਏ ਨੇ ਜੀ, ਨਾਮ ਤੇ ਹੋਰ ਸੀਗਾ ਪਰ ਇੰਨਾ ਜ਼ਿਆਦਾ ਭਲਾ ਕੀਤਾ, ਇੱਕ ਮੁਸਲਮਾਨ ਨੇ ਉਹਨਾਂ ਦਾ ਨਾਮ ਖੁਦਾ ਸਿੰਘ ਰੱਖ ਦਿੱਤਾ ਸੀਗਾ ਜੀ। ਇਹ ਸਿੰਘ ਸਿੰਘ ਨਹੀਂ ਹੈ, ਇਹ ਤੇ ਖੁਦਾ ਦਾ ਰੂਪ ਹੀ ਹੈ, ਦੂਜਿਆਂ ਦਾ ਭਲਾ ਕਰਨਾ ਜੀ। ਬੱਚੀ ਹੈ ਇੱਕ ਦੂਜੇ ਧਰਮ ਦੀ, ਤੜਪ ਰਹੀ ਹੈ, ਸਰੀਰ ਨੂੰ ਰੋਗ ਇਹੋ ਜਿਹਾ ਸੀਗਾ, ਕੋਈ ਇਲਾਜ ਨਹੀਂ ਸੀ ਕਰਦਾ, ਨੇੜੇ ਨਹੀਂ ਸੀ ਲੱਗਦਾ। ਸਾਧ ਸੰਗਤ ਜੀ, ਸਰੀਰ 'ਚ ਪਾਕ ਭਰੀ ਪਈ ਹੈ, ਬਾਬਾ ਖੁਦਾ ਸਿੰਘ ਜੀ ਨੇ ਆਪਣੇ ਮੁਖ ਨਾਲ ਉਹਦੀ ਪਾਕ ਕੱਢੀ ਸੀਗੀ ਜੀ। ਨਾਮ ਹੋਰ ਸੀ ਤੇ ਲੋਕਾਂ ਨੇ ਜਦੋਂ ਸਿੱਖ ਦੀ ਪਰਉਪਕਾਰ ਦੀ ਭਾਵਨਾ ਵੇਖੀ ਨਾ, ਲੋਕਾਂ ਨੇ ਕਿਹਾ ਇਹ ਸਿੱਖ ਨਹੀਂ, ਇਹ ਤੇ ਖੁਦਾ ਹੀ ਹੈਗਾ, ਕਹਿਣ ਲੱਗੇ। ਨਾਮ ਰੱਖਿਆ ਖੁਦਾ ਸਿੰਘ। ਹੁਣ ਬਚਨ ਮਹਾਰਾਜ ਇਸੇ ਪ੍ਰਥਾਏ ਕਰਨ ਲੱਗੇ। ਪਰ ਉਪਕਾਰ ਬਾਣੀ 'ਚ ਵੀ ਆਉਂਦਾ, ਸਤਿਗੁਰ ਕੀਨੋ ਪਰ ਉਪਕਾਰ, ਕਾਢ ਲੀਨ ਸਾਗਰ ਸੰਸਾਰ। ਮੇਰਾ ਪ੍ਰਭ ਪਰ ਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਬਾਰੇ ਵੀ ਆਖਿਆ ਨਾ, ਵੱਡ ਜੋਧਾ ਬਹੁ ਪਰ ਉਪਕਾਰੀ। ਗੁਰੂ ਵੀ ਪਰ ਉਪਕਾਰੀ ਨੇ, ਸਿੱਖ ਵੀ ਪਰ ਉਪਕਾਰੀ ਨੇ। ਹਰ ਨਾਮ ਦਿਆ ਗੁਰ ਪਰ ਉਪਕਾਰੀ। ਗੁਰੂ ਸਾਹਿਬ ਕਿੰਨੇ ਵੱਡੇ ਪਰ ਉਪਕਾਰੀ ਨੇ, ਸਿੱਖਾਂ ਨੂੰ ਨਾਮ ਦੀ ਦਾਤ ਦੇ ਦਿੰਦੇ ਆ ਜੀ। ਹਰ ਨਾਮ ਦਿਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਹਾਂਜੀ। ਇਨ ਦੋਨੋਂ ਬਿਨ ਮਾਨੁਖ ਤਨ ਧਿਕ, ਸਮੋ ਬੇਤਾਵੈ ਹੈ ਲਖ ਹੈ ਨਾ ਸਾਰ। ਹਜੂਰ ਮਹਾਰਾਜ ਗਰੀਬ ਨਵਾਜ ਉਪਦੇਸ਼ ਦੇ ਰਹੇ, ਦੁਬਾਰਾ ਪੜ੍ਹ। ਸਾਰ ਮਹਾ ਸਿਮਰਨ ਸਤ ਨਾਮੂ, ਕਾਰ ਮਹਾ ਕਰ ਬੇ ਉਪਕਾਰ। ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਕ ਤੇ ਰੱਬ ਦਾ ਨਾਮ, ਸ੍ਰੀ ਪਰਮੇਸ਼ਰ ਦਾ ਸਿਮਰਨ ਇਹ ਸਾਰ ਹੈ, ਸ੍ਰੇਸ਼ਟ ਹੈ। ਤੇ ਸਿਮਰਨ ਕਰਦਿਆਂ ਕਰਦਿਆਂ ਦੂਜਿਆਂ ਦਾ ਭਲਾ ਕਰਨਾ, ਇਹਨਾਂ ਦੋਵਾਂ ਕੰਮਾਂ ਦੀ ਰੀਸ ਨਹੀਂ ਹੈਗੀ ਜੀ। ਕੱਜ ਕੇ ਆਖੋ ਵਾਹਿਗੁਰੂ। ਇੱਕ ਨਾਮ ਵੀ ਜਪਣਾ, ਇੱਕ ਕਿਸੇ ਦਾ ਭਲਾ ਵੀ ਕਰਨਾ ਜੀ। ਹੁਣ ਆਪਾਂ ਵਿਚਾਰ ਕਰ ਲਈਏ, ਕਿੰਨਾ ਕੁ ਸਾਡੇ ਮਨ 'ਚ ਕਿਸੇ ਦਾ ਭਲਾ ਚਿਤਵਦੇ ਹਾਂ ਅਸੀਂ ਜੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਰ ਮਹਾ ਸਿਮਰਨ ਸਤਨਾਮੂ, ਕਾਰ ਮਹਾ ਕਰਬੇ ਉਪਕਾਰ। ਦੋ ਕੰਮ ਨੇ, ਇੱਕ ਤੇ ਮਾਲਕ ਦਾ ਧਿਆਨ ਧਾਰਨਾ, ਸਿਮਰਨ ਕਰਨਾ, ਇਹਦੇ ਤੋਂ ਵੱਡਾ ਕੰਮ ਨਹੀਂ। ਇੱਕ ਪਰ ਉਪਕਾਰ ਕਰਨਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ। ਪਰ ਉਪਕਾਰ ਕਰਦੇ ਆ ਜੀ। ਇਨ ਦੋਨੋਂ ਬਿਨ ਮਾਨੁਖ ਤਨ ਧਿਕ, ਸਮੋ ਬੇਤਾਵੈ ਹੈ ਲਖ ਹੈ ਨਾ ਸਾਰ। ਨਾ ਤੇ ਪਰ ਉਪਕਾਰ ਕਰੇ, ਨਾ ਨਾਮ ਜਪੇ। ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਜੇ ਦੋਵਾਂ ਕੰਮਾਂ ਚੋਂ ਇੱਕ ਵੀ ਕੰਮ ਨਹੀਂ ਕਰਦਾ, ਮਹਾਰਾਜ ਕਹਿਣ ਲੱਗੇ ਲਾਨਤੀ ਹੈਗੀ ਐਸੇ ਬੰਦੇ ਤੇ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਇੱਕ ਲਾਨਤ ਨਹੀਂ, 100 ਲਾਨਤਾਂ ਪਾਈਆਂ ਜੀ। ਧ੍ਰਿਗ ਆਖਿਆ ਜੀ, ਧ੍ਰਿਗ ਜੀ। ਨਾਮ ਵੀ ਨਹੀਂ ਜਪਦਾ ਤੇ ਕਿਸੇ ਦਾ ਭਲਾ ਵੀ ਨਹੀਂ ਕਰਦਾ ਜੀ। ਹਾਂਜੀ। ਪੂਛ ਸੀਂਗ ਬਿਨ ਪਸ਼ੂ ਜਨਮ ਤਿਨ। ਜਿਵੇਂ ਕਿਸੇ ਪਸ਼ੂ ਦਾ ਜਨਮ ਹੋਵੇ, ਮਹਾਰਾਜ ਕਹਿੰਦੇ ਤੇ ਪੂਛ ਹੀ ਨਾ ਹੋਵੇ ਜੀ, ਫੱਬਦਾ ਜੀ ਉਹ ਜੀ। ਪਸ਼ੂ ਦੀ ਪੂਛ ਹੋਣੀ ਜ਼ਰੂਰੀ ਹੈਗੀ ਹੈ। ਹਾਂਜੀ।
ਆਏ ਬਾਦ ਬੀਚ ਸੰਸਾਰ। ਮਹਾਰਾਜ ਕਹਿਣ ਲੱਗੇ ਬਸ ਇਸੇ ਤਰ੍ਹਾਂ ਹੀ ਹੈ। ਜਿਹੜੇ ਮਨੁੱਖ ਸਿਮਰਨ ਨਹੀਂ ਕਰਦੇ, ਕਿਸੇ ਦਾ ਭਲਾ ਨਹੀਂ ਕਰਦੇ, ਭਲੇ ਦੇ ਕੰਮ ਨਹੀਂ ਕਰਦੇ, ਉਹਨਾਂ ਦਾ ਸੰਸਾਰ ਵਿੱਚ ਆਉਣਾ ਹੀ ਸੱਚੇ ਪਾਤਸ਼ਾਹ ਕਹਿੰਦੇ ਵਿਅਰਥ ਹੈਗਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਬੜਾ ਬੜਾ ਸਿੱਖਾਂ ਨੇ ਪਰਉਪਕਾਰ ਕੀਤਾ, ਨਾਮ ਵੀ ਜਪਿਆ ਤੇ ਪਰਉਪਕਾਰ ਵੀ ਕੀਤਾ ਜੀ। ਆਪ ਵੀ ਮਹਾਰਾਜ ਨੇ ਕਿੰਨੇ ਖੂਹ ਲਵਾਏ, ਕਿੰਨਾ ਪਰਉਪਕਾਰ ਕੀਤਾ ਜੀ। ਆਪਾਂ ਵੀ ਪਰਉਪਕਾਰ ਕਰਿਆ ਕਰੀਏ ਸਾਧ ਸੰਗਤ ਜੀ। ਕਿਸੇ ਲੋੜਵੰਦ ਦੀ ਸਹਾਇਤਾ ਕਰਨੀ ਬੜਾ ਵੱਡਾ ਪਰਉਪਕਾਰ ਹੈ। ਇਹ ਪਰਉਪਕਾਰ ਵੀ ਤਾਂ ਹੀ ਸਫਲ ਹੈ ਜੇ ਬੰਦਾ ਨਾਲ ਨਾਲ ਨਾਮ ਵੀ ਜਪੇ, ਅਭਿਆਸ ਵੀ ਕਰੇ, ਕਮਾਈ ਵੀ ਕਰੇ ਜੀ। ਅੰਤ ਸਮੇਂ ਜਮ ਦੂਤ ਗਹੇ ਦਿੜ ਝੂਰਤ ਗਮਨੈ ਹੈ ਦਵੈ ਕਰ ਝਾਰ। ਜਿਹੜਾ ਮਨੁੱਖ ਨਾ ਤੇ ਸਿਮਰਨ ਕਰਦਾ, ਨਾ ਤੇ ਨਾਮ ਜਪਦਾ, ਤੇ ਨਾ ਕਰੇ ਪਰ ਉਪਕਾਰ ਕਿਸੇ ਉੱਤੇ, ਅੰਤਮ ਸਮੇਂ ਮਹਾਰਾਜ ਕਹਿੰਦੇ ਫਿਰ ਜੰਮ ਫੜ ਲੈਂਦੇ ਇਹੋ ਜਿਹੇ ਬੰਦਿਆਂ ਨੂੰ। ਕਰਤ ਬਿਕਾਰ ਦਊ ਕਰ ਝਾਰਤ, ਝੂਰਤ ਗਮਨ ਹੈ ਦਵੈ ਕਰ ਝਾਰ। ਕੁਛ ਨਹੀਂ ਖਟਿਆ, ਖਾਲੀ ਹੱਥ ਜਾਂਦਾ। ਮਹਾਰਾਜ ਕਹਿਣ ਲੱਗੇ ਕਿਉਂ? ਸਿਮਰਨ ਨਾਲ ਵੀ ਪੁੰਨ ਬਣਨੇ, ਕਿਸੇ ਦਾ ਭਲਾ ਕਰੋਗੇ ਤਾਂ ਵੀ ਪੁੰਨ ਬਣਨੇ ਤੁਹਾਡੇ ਜੀ। ਬੈਂਕ ਬੈਲੈਂਸ ਇਕੱਠਾ ਹੋ ਜਾਂਦਾ ਹੈ ਸਾਧ ਸੰਗਤ ਜੀ। ਕਿਸੇ ਦਾ ਭਲਾ ਕੀਤਿਆਂ, ਨਾਮ ਜਪਿਆਂ ਬੈਂਕ ਬੈਲੈਂਸ ਬਣਦਾ ਬੰਦੇ ਦਾ ਜੀ, ਜਿਹੜਾ ਦਰਗਾਹ ਵਿੱਚ ਕੰਮ ਆਉਂਦਾ ਹੈ। ਹਾਂਜੀ। ਪੁੰਨ ਦਾਨ ਤਪ ਮਖ ਕੋ ਕਰਬੋ। ਮਹਾਰਾਜ ਕਹਿਣ ਲੱਗੇ ਬੜੇ ਪੁੰਨ ਕੀਤੇ, ਦਾਨ ਦਿੱਤੇ, ਤਪ ਕੀਤੇ, ਮਖ ਕੀਤੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਬੜੇ ਬੜੇ ਯੱਗ ਕੀਤੇ ਮਹਾਰਾਜ ਕਹਿਣ ਲੱਗੇ। ਹਾਂਜੀ। ਹੋਤ ਨਾ ਪਰ ਉਪਕਾਰ ਸਮਾਨ। ਪਰ ਮਹਾਰਾਜ ਕਹਿਣ ਲੱਗੇ ਉਹਦੇ ਪਿੱਛੇ ਆਪਣਾ ਹੀ ਮਨੋਰਥ ਹੈਗਾ, ਦੂਜੇ ਦੇ ਭਲੇ ਦੀ ਇੱਛਾ ਨਹੀਂ ਹੈਗੀ ਜੀ ਵੀ ਚਲੋ ਇਹਦਾ ਭਲਾ ਕਰ ਲਈਏ। ਪਰਉਪਕਾਰ ਵੀ ਬੜੇ ਤਰੀਕੇ ਦਾ ਨਾ, ਵੀ ਮੈਂ ਇਹਨੂੰ 10 ਦਮੜੇ ਦੇ ਦਿਆਂ, ਗੁਰੂ ਮੈਨੂੰ 100 ਦੇ ਦੇਵੇ। ਇਹ ਇੱਛਾ ਰੱਖੀ, ਇਹਦਾ ਲਾਭ ਨਹੀਂ ਹੈ। ਇੱਛਾ ਨਹੀਂ ਰੱਖਣੀ ਫਿਰ ਪਰਉਪਕਾਰ ਕਰਨਾ। ਠੀਕ ਹੈ, ਇਹਦਾ ਭਲਾ ਹੋ ਜੇ, ਬਸ ਇਹਦਾ ਭਲਾ ਕਰਨਾ ਹੈ ਆਪਾਂ। ਮਹਾਰਾਜ ਕਹਿਣ ਲੱਗੇ ਐਸੀ ਸੋਚ ਅੱਗੇ, ਐਸੇ ਪਰਉਪਕਾਰ ਅੱਗੇ ਵੱਡੇ ਵੱਡੇ ਦਾਨ ਪੁੰਨ ਜਿਹੜੇ ਉਹ ਨਿਸ਼ਫਲ ਨੇ। ਕਹਿਣ ਲੱਗੇ ਕਲ ਮਲ ਕਰਨ ਅਨ ਕੰਨ ਰੀਤੀ, ਕ੍ਰਿਤ ਘਣ ਕੇ ਸਮ ਕੋਏ ਨਾ ਜਾਣ। ਸੱਚੇ ਪਾਤਸ਼ਾਹ ਕਹਿਣ ਲੱਗੇ ਪਾਪਾਂ ਦਾ ਸਮਾਂ, ਕਲਯੁਗ ਦਾ ਸਮਾਂ, ਲੋਕ ਕੀਤਾ ਨਹੀਂ ਜਾਣਦੇ, ਫਿਰ ਵੀ ਸਿੱਖ ਪਰਉਪਕਾਰ ਕਰੇ। ਇਹ ਉਹਦਾ ਹੈ, ਉਹਦਾ ਕੰਮ ਹੈ ਵੀ ਉਹਨੇ ਤੁਹਾਡਾ ਕੀਤਾ ਨਹੀਂ ਜਾਣਿਆ, ਤੁਸੀਂ ਆਪਣਾ ਕੰਮ ਕਰ ਦਿਓ। ਕਹਿਣ ਲੱਗੇ ਹਾਂਜੀ। ਰਹਿਨ ਅਹਿੰਸ ਧਰਮ ਸਭ ਕੀਨੇ, ਹਿੰਸਾ ਕਰੇ ਪਾਪ ਪਹਿਚਾਨ। ਗੱਜ ਕੇ ਆਖੋ ਸੱਚੇ ਪਾਤਸ਼ਾਹ ਕਹਿਣ ਲੱਗੇ ਅਹਿੰਸ ਰਹਿਣਾ, ਕਿਸੇ ਦਾ ਮਨ ਨਹੀਂ ਦਿਖਾਉਣਾ ਜੀ, ਮਾਨਸਿਕ ਹਿੰਸਾ ਨਹੀਂ ਕਰਨੀ। ਇਹ ਧਰਮ ਦਾ ਕਰਮ ਹੈ। ਕਹਿਣ ਲੱਗੇ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕਛ ਭਲਾ ਮਨਾਈਏ, ਹੱਥੋਂ ਮਾਇਆ ਦਿਓ, ਭਲਾ ਕਰੋ ਕਿਸੇ ਦਾ, ਯਤਨ ਕਰੋ। ਕਹਿਣ ਲੱਗੇ ਹਾਂਜੀ। ਜਾਂ ਤੇ ਨਿਤ ਚਿਤਵੈ ਉਪਕਾਰੂ, ਧਨ ਤੇ ਤਨ ਤੇ ਮਨ ਤੇ ਠਾਨ। ਮਹਾਰਾਜ ਕਹਿਣ ਲੱਗੇ ਸਿੱਖੋ, ਕਿਸੇ ਦਾ ਉਪਕਾਰ ਹੁੰਦਾ ਹੋਵੇ 3 ਤਰੀਕਿਆਂ ਨਾਲ ਕਰ ਸਕਦੇ ਆ, ਤਨ ਨਾਲ, ਮਨ ਨਾਲ, ਧਨ ਨਾਲ। ਕਿਵੇਂ ਕਰ ਸਕਦੇ ਹੋ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਮਨੋ ਅਰਦਾਸ ਕਰ ਦੇਣੀ ਕਿਸੇ ਦੀ ਵੀ ਮਹਾਰਾਜ ਇਹਦਾ ਭਲਾ ਕਰ ਦਿਓ। ਜੇ ਤੁਹਾਡੇ ਕੋਲ ਸਮਰੱਥਾ ਨਹੀਂ ਹੈਗੀ ਮਾਇਆ ਦੀ, ਅਰਦਾਸ ਕਰ ਦਿਓ, ਇਹ ਵੀ ਉਸ ਬੰਦੇ ਨੂੰ ਬਲ ਦੇਏਗੀ ਜੀ। ਤੁਹਾਡੇ ਸਰੀਰ ਦੀ ਲੋੜ ਹੈ, ਸਰੀਰ ਹਾਜ਼ਰ ਕਰ ਦਿਓ, ਨਾਲ ਉਹਦੀ ਮਦਦ ਕਰੋ, ਇਹ ਵੀ ਪਰਉਪਕਾਰ ਹੈ। ਤੇ ਸਾਧ ਸੰਗਤ ਜੀ ਜੇ ਮਾਇਆ ਦੇ ਦਈਏ, ਇਹ ਵੀ ਪਰਉਪਕਾਰ ਹੈ ਜੀ। ਸਿੱਖਾਂ ਨੇ ਬੜੇ ਪਰਉਪਕਾਰ ਕੀਤੇ ਜੀ।
ਗੁਰਮੁਖਾਂ ਮਹਾਂਪੁਰਖਾਂ ਨੇ ਬੜੇ ਪਰਉਪਕਾਰ ਕੀਤੇ ਸਾਧ ਸੰਗਤ ਜੀ, ਜਿਨ੍ਹਾਂ ਦੀ ਗਿਣਤੀ ਨਹੀਂ ਹੈਗੀ ਜੀ। ਸਭ ਤੋਂ ਵੱਡਾ ਪਰਉਪਕਾਰ ਹੈਗਾ ਕਿਸੇ ਨੂੰ ਗੁਰੂ ਦੇ ਨਾਲ ਜੋੜ ਦੇਣਾ ਜੀ। ਕੱਜ ਕੇ ਆਖੋ ਵਾਹਿਗੁਰੂ। ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਜੀ, ਕਿਸੇ ਦੀ ਸ਼ਰਧਾ ਗੁਰੂ ਤੇ ਬਣਾ ਦੇਣੀ ਜੀ। ਬੜੇ ਬੜੇ ਗੁਰਮੁਖਾਂ ਮਹਾਂਪੁਰਖਾਂ ਨੇ ਇਹ ਕੰਮ ਕੀਤਾ ਜੀ। ਹਾਂਜੀ। ਨਰ ਸ਼ੁਭ ਸਭਾ ਸਭੈ ਸੁਨ ਸ਼੍ਰੋਨਨ, ਗੁਰ ਬਾਕਨ ਪਰ ਨਿਸ਼ਚਾ ਕੀਨ। ਨਾਮ ਵੀ ਜਪਣਾ, ਦੂਜੇ ਦਾ ਭਲਾ ਵੀ ਕਰਨਾ, ਇਹ ਬਚਨ ਸਾਰੀ ਸੰਗਤ ਨੇ ਸੁਣਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਬਚਨ ਸਾਰੀ ਸੰਗਤ ਨੇ ਸੁਣਿਆ, ਸੁਣ ਕੇ ਉਹਨਾਂ ਦੇ ਮਨ 'ਚ ਸ਼ਰਧਾ ਵੱਜੀ, ਨਿਸ਼ਚਾ ਕੀਤਾ ਉਹਨਾਂ ਨੇ ਜੀ। ਜਿਨ੍ਹਾਂ ਨੇ ਸੰਗਤ ਜੀ ਪੁਰਾਣੇ ਸਮੇਂ ਵਿੱਚ ਰੇਡੀਓ ਸੁਣਿਆ ਹੋਏਗਾ ਤਾਂ ਠੰਡੂ ਰਾਮ ਹੁਣੀ ਉਦੋਂ ਕਾਮੇਡੀ ਕਰਦੇ ਹੁੰਦੇ ਸੀਗੇ ਜੀ। ਠੰਡੂ ਰਾਮ, ਪ੍ਰੇਮ ਲਾਲ, ਜਿਹੜਾ ਉਹਨਾਂ 'ਚੋਂ ਪ੍ਰੇਮ 3-4 ਬੰਦੇ ਬਹਿੰਦੇ ਸੀਗੇ ਜੀ। ਇਹ ਕਾਮੇਡੀ ਵਾਲੇ ਨਾ 3-4 ਬੰਦੇ ਬਹਿੰਦੇ ਸੀਗੇ ਜੀ। ਜਿਹੜਾ ਪ੍ਰੇਮ ਲਾਲ ਸੀ ਨਾ, ਉਹ ਕਿਸੇ ਮਹਾਂਪੁਰਖ ਕੋਲ ਚਲੇ ਗਿਆ ਜੀ, ਤੇ ਮਹਾਂਪੁਰਖਾਂ ਨੂੰ ਜਾ ਕੇ ਦਰਸ਼ਨ ਕਰਕੇ ਤੇ ਰੋਣ ਲੱਗ ਪਿਆ, ਦੁਖੀ ਬੜਾ ਸੀਗਾ ਜੀ। ਉਹ ਮਹਾਂਪੁਰਖ ਉਹਨੂੰ ਕਹਿਣ ਲੱਗੇ ਵੀ ਲੋਕਾਂ ਨੂੰ ਤੂੰ ਹਸਾਵੇਂ ਤੇ ਆਪ ਤੂੰ ਰੋ ਰਿਹਾ, ਕੀ ਗੱਲ ਹੈ? ਕਹਿਣ ਲੱਗਾ ਮਹਾਂਪੁਰਖੋ ਕੀ ਦੱਸਾਂ, ਤਨਖਾਹ ਬੜੀ ਥੋੜੀ ਹੈ, ਗੁਜ਼ਾਰਾ ਮੁਸ਼ਕਲ ਹੁੰਦਾ ਹੈ। ਧੀ ਵਿਆਹੀ ਹੈ ਤੇ ਪੇਕੇ ਘਰ ਆ ਕੇ ਬਹਿ ਗਈ ਹੈ, ਸਹੁਰੇ ਘਰ ਵਾਲੇ ਰੱਖਣ ਨਹੀਂ ਦਏ। ਇਹ ਵੀ ਬੜਾ ਦੁੱਖ ਹੈ। ਇੱਕ ਦੁੱਖ ਕਹਿੰਦਾ ਹੋਰ ਬੜਾ ਵੱਡਾ ਮੈਨੂੰ, ਮੇਰਾ ਪੁੱਤ ਜਵਾਨ ਹੋ ਗਿਆ, ਵਿਹਲੜ ਹੈਗਾ, ਕੋਈ ਕੰਮ ਨਹੀਂ ਕਰਦਾ, ਜੇ ਮੈਂ ਆਖਾਂ ਤੇ ਅੱਖਾਂ ਕੱਢਦਾ ਅੱਗੋਂ। ਇਸ ਤਰ੍ਹਾਂ ਹੁੰਦਾ ਨਾ ਜੀ ਸੰਸਾਰ 'ਚ। ਇਸ ਕਰਕੇ ਮੈਂ ਬੜਾ ਦੁਖੀ ਹੈਗਾ। ਤੇ ਮਹਾਂਪੁਰਖ ਕਹਿਣ ਲੱਗੇ ਕੋਈ ਗੱਲ ਨਹੀਂ, ਚਿੰਤਾ ਨਹੀਂ ਕਰੀਦੀ। ਗੁਰੂ ਨਾਨਕ ਸਾਹਿਬ ਬੜੇ ਵੱਡੇ ਆ, ਪਹਿਲੀ ਪੌੜੀ ਦਾ ਪਾਠ ਕਰਿਆ ਕਰ, ਕਹਿੰਦੇ ਮੂਲ ਮੰਤਰ। ਚਲੋ ਕਲਪਿਆ ਸੀ, ਦੁਖੀ ਸੀਗਾ ਜੀ, ਬਹੁਤ ਦੁਖੀ ਪਰੇਸ਼ਾਨ ਸੀਗਾ ਜੀ। ਉਹ ਪਹਿਲੀ ਪੌੜੀ ਦਾ ਪਾਠ ਕਰਨ ਲੱਗ ਪਿਆ। 5ਵੇਂ ਦਿਨ ਉਹਦੀ ਤਨਖਾਹ ਵੱਧ ਗਈ ਜੀ, ਬਾਣੀ ਦੀ ਬਰਕਤ ਦੀ। ਜਦੋਂ ਉਹਦੀ ਤਨਖਾਹ ਵੱਧ ਗਈ ਨਾ ਜੀ, ਉਹ ਬੜਾ ਖੁਸ਼ ਹੋਇਆ ਜੀ। ਸੰਸਾਰੀ ਬੰਦੇ ਆ, ਜਦੋਂ ਕਿਤੇ ਥੋੜਾ ਬਹੁਤਾ ਕ੍ਰਿਸ਼ਮਾ ਵਰਤ ਜਾਏ ਤੇ ਸਾਨੂੰ ਜ਼ਿਆਦਾ ਭਰੋਸਾ ਆਉਂਦਾ, ਸਾਡਾ ਭਰੋਸਾ ਜ਼ਿਆਦਾ ਵੱਧਦਾ ਜੀ। ਉਹ ਹੋਰ ਸੰਗਤ ਦੀ ਭਰੋਸੇ ਦੇ ਨਾਲ ਮਾਲਾ ਫੇਰਨ ਲੱਗ ਪਿਆ, ਭਜਨ ਕਰਨ ਲੱਗ ਪਿਆ। ਤੇ 5-6 ਦਿਨਾਂ ਦੇ ਬਾਅਦ ਧੀ ਦਾ ਸਹੁਰਾ ਪਰਿਵਾਰ ਆ ਗਿਆ ਧੀ ਨੂੰ ਲੈਣ ਵਾਸਤੇ ਜੀ। ਉਹ ਤੇ ਰੋਵੇ ਤੇ ਨਾਲੇ ਭਜਨ ਕਰੇ। ਵਾਹਿਗੁਰੂ ਦੇ ਨਾਮ 'ਚ ਇੰਨੀ ਵੱਡੀ ਬਰਕਤ ਅਸੀਂ ਜਪਦੇ ਨਹੀਂ ਸੰਗਤ ਜੀ, ਇੰਨੀ ਵੱਡੀ ਬਰਕਤ। ਧੀ ਵੀ ਚਲੇਗੀ ਤਾਂ 3 ਦਿਨ ਲੰਘੇ ਜੀ, 3 ਦਿਨ ਜੀ। ਤੇ ਪੁੱਤ ਉੱਠ ਕੇ ਖਲੋ ਕੇ ਕਹਿਣ ਲੱਗਾ ਪਿਤਾ ਜੀ ਕੀ ਗੱਲ, ਮੈਨੂੰ ਬੁਲਾਉਂਦੇ ਨਹੀਂ ਤੁਸੀਂ? ਉਹ ਕਹਿਣ ਲੱਗੇ ਬੁਲਾਵਾਂ ਤੈਨੂੰ ਕੀ, ਜਵਾਨ ਜਹਾਨ ਤੂੰ, ਕੰਮ ਕਰ ਤੂੰ ਕੋਈ ਨਹੀਂ ਕਰਦਾ, ਜੇ ਤੈਨੂੰ ਸਮਝਾਈਏ ਤੂੰ ਅੱਖਾਂ ਕੱਢਦਾ। ਕਹਿਣ ਲੱਗਾ ਹੁਣ ਮੈਨੂੰ ਨੌਕਰੀ ਮਿਲੇਗੀ ਮੈਂ ਜ਼ਰੂਰ ਕਰਾਂਗਾ। ਹਾਂਜੀ, ਉਹ ਇੱਕ ਪੌੜੀ ਨੇ ਨਾ ਜੀ, ਬਾਣੀ ਦੀ ਇੱਕ ਪੌੜੀ ਨੇ ਉਹਦਾ ਜੀਵਨ ਬਦਲ ਕੇ ਰੱਖ ਦਿੱਤਾ ਜੀ। ਜਦੋਂ ਉਹਦਾ ਜੀਵਨ ਬਦਲ ਗਿਆ ਤੇ ਸੰਗਤ ਜੀ ਉਹ ਮਹਾਂਪੁਰਖਾਂ ਦੇ ਕੋਲ ਹੀ ਰਹਿਣ ਲੱਗ ਪਿਆ। ਦੇਰ ਰਾਤ ਤੱਕ ਕਥਾ ਸੁਣਨੀ, ਕੀਰਤਨ ਸੁਣਨਾ। ਘਰ ਵਾਲੀ ਥੋੜੀ ਤੰਗ ਸੀਗੀ ਜੀ ਉਹਦੇ ਤੋਂ, ਤੇ ਮਹਾਂਪੁਰਖ ਇੱਕ ਦਿਨ ਉਹਨੂੰ ਕਹਿਣ ਲੱਗੇ, ਕਹਿੰਦੇ ਪ੍ਰੇਮ ਲਾਲ ਪ੍ਰਸ਼ਾਦਾ ਨਾਲ ਲੈ ਜਾ। ਕਹਿੰਦਾ ਜੀ ਮੈਂ ਛਕ ਲਿਆ, ਮੈਨੂੰ ਕੀ ਲੋੜ ਹੈਗੀ ਲੈ ਕੇ ਜਾਣ ਦੀ? ਕਹਿੰਦੇ ਨਹੀਂ ਲੈ ਜਾ। ਕਹਿੰਦਾ ਜੀ ਮੈਂ ਛਕ ਲਿਆ। ਕਹਿੰਦੇ ਕਈ ਵਾਰੀ ਘਰ ਆਟਾ ਮੁੱਕਿਆ ਹੁੰਦਾ ਹੈ, ਘਰ ਦੀਆਂ ਛਕਣਾ ਹੁੰਦਾ, ਲੈ ਜਾ।
ਤੇ ਸੰਗਤ ਜੀ ਉਹ ਬਚਨ ਮੰਨ ਕੇ ਲੈ ਗਿਆ। 2 ਪ੍ਰਸ਼ਾਦੇ ਰੱਖ ਕੇ ਕੜਾਹ ਪ੍ਰਸ਼ਾਦ ਰੱਖਤਾ, 2 ਪ੍ਰਸ਼ਾਦੇ ਰੱਖ ਕੇ ਸਬਜ਼ੀ ਪਾਤੀ, 2 ਪ੍ਰਸ਼ਾਦੇ ਰੱਖ ਕੇ ਖੀਰ ਪਾਤੀ, 2 ਪ੍ਰਸ਼ਾਦੇ ਰੱਖ ਕੇ ਦਾਲ ਪਾ ਦਿੱਤੀ ਜੀ। ਅੱਧੀ ਰਾਤ ਜਦੋਂ ਦਰਵਾਜ਼ਾ ਖੜਕਾਇਆ ਨਾ ਜੀ ਉਹਨੇ, ਤੇ ਕੁੰਡਾ ਖੋਲਿਆ ਉਹਦੀ ਘਰ ਵਾਲੀ ਨੇ ਜੀ। ਉਹ ਬੜੀ ਦੁਖੀ ਸੀ ਉਹਦੇ ਤੋਂ ਜੀ। ਉਹ ਮਾਰਨ ਲੱਗੀ ਦਬਕੇ ਵੀ ਤੂੰ ਤੇ ਵਿਹਲੜ ਸਾਧਾਂ ਕੋਲੋਂ ਖਾ ਆਉਣਾ, ਅੱਜ ਘਰ ਆਟਾ ਨਹੀਂ ਸੀ ਹੈਗਾ ਤੇ ਅਸੀਂ ਰੋਟੀ ਨਹੀਂ ਉਹ ਬਣਾਈ। ਕਹਿਣ ਲੱਗਾ ਤੂੰ ਤੇ ਹੁਣ ਦੱਸਣ ਨਹੀਂ ਹੈ ਨਾ, ਜਿਨ੍ਹਾਂ ਕੋਲੋਂ ਮੈਂ ਆਇਆ ਉਹਨਾਂ ਮੈਨੂੰ ਪਹਿਲਾਂ ਹੀ ਦੱਸਿਆ। ਕਹਿਣ ਲੱਗੇ ਆ ਵੇਖ ਤੇਰੇ ਲਈ ਵੀ ਲੰਗਰ ਭੇਜਿਆ ਈ। ਜਦੋਂ ਉਹਨੇ ਗੁਰੂ ਘਰ ਦਾ ਲੰਗਰ ਛਕਿਆ, ਵਧੀਆ ਮਰਿਆਦਾ ਨਾਲ ਲੰਗਰ ਬਣਿਆ, ਉਹਦੀ ਮੱਤ ਪਵਿੱਤਰ ਹੋ ਗਈ। ਸਾਧ ਸੰਗਤ ਜੀ ਉਹ ਕਹਿਣ ਲੱਗੀ ਕੱਲ ਨੂੰ ਮੈਂ ਵੀ ਜਾਣਾ ਮਹਾਂਪੁਰਖਾਂ ਕੋਲ। ਕਹਿਣ ਲੱਗੀ ਸ਼ਰਧਾ ਵੱਜ ਗਈ ਦੀ ਸਾਰਿਆਂ ਦੀ, ਸਾਰੇ ਹੀ ਗੁਰੂ ਘਰ ਨਾਲ ਜੁੜ ਗਏ ਜੀ। ਕਿੱਡਾ ਵੱਡਾ ਪਰਉਪਕਾਰ ਹੈ ਜੀ। ਹੁਣ ਜਿਹੜਾ ਬੰਦਾ ਨਾਮ ਨਹੀਂ ਜਪਦਾ, ਆਪ ਨਹੀਂ ਜੁੜਿਆ, ਉਹ ਕਹੇ ਮੈਂ ਕਿਸੇ ਨੂੰ ਜੋੜਦੇ ਆ, ਤੇ ਗੱਪਾਂ ਹੀ ਆ ਨਾ ਜੀ ਉਹਦੀਆਂ ਜੀ। ਪਹਿਲਾਂ ਆਪ ਜੁੜਨਾ ਪਏਗਾ, ਨਾਮ ਜਪਣਾ ਪਏਗਾ। ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖੋ ਨਾਮ ਵੀ ਜਪਣਾ ਤੇ ਪਰਉਪਕਾਰ ਵੀ ਕਰਨਾ, ਦੂਜੇ ਦਾ ਭਲਾ ਵੀ ਕਰਨਾ। ਭਾਈ ਲੱਦਾ ਜੀ ਵਾਂਗੂ ਪਰਉਪਕਾਰ ਕਰਨਾ, ਭਲਾ ਕਰਨਾ। ਆਪਣਾ ਸਵਾਰਥ ਨਹੀਂ ਵੇਖਣਾ ਵੀ ਸਾਨੂੰ ਕੀ ਪ੍ਰੋਫਿਟ ਹੈਗਾ ਹੈ ਜੀ। ਅਸੀਂ ਤਾਂ ਕਿਸੇ ਦਾ ਲਾਭ ਕਰੀਏ ਨਾ, ਆਪਣਾ ਪ੍ਰੋਫਿਟ ਪਹਿਲਾਂ ਵੇਖਦੇ ਵੀ ਸਾਨੂੰ ਕੀ ਵਿੱਚੋਂ ਪ੍ਰੋਫਿਟ ਹੋਏਗਾ, ਸਾਡਾ ਲਾਭ ਹੈਗਾ ਹੈ ਕਿ ਨਹੀਂ ਹੈਗਾ। ਸਿੱਖਾਂ ਨੇ ਇਹ ਬਚਨ ਸੁਣੇ, ਮਹਾਰਾਜ ਦੇ ਬਚਨ ਹਿਰਦੇ 'ਚ ਧਾਰ ਲਏ ਜੀ। ਹਾਂਜੀ। ਸਤਨਾਮ ਕੋ ਸਿਮਰਨ ਠਾਨੈ, ਪਰ ਉਪਕਾਰ ਕਰਨ ਹਿਤ ਚੀਨ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਸਤਨਾਮ ਪਰਮੇਸ਼ਰ ਦਾ ਸਿਮਰਨ ਵੀ ਕੀਤਾ। ਸਿੱਖਾਂ ਨੇ ਸੁਣ ਕੇ ਭਜਨ ਕਰਨ ਲੱਗ ਪਏ ਤੇ ਪਰਉਪਕਾਰ 'ਚ ਧਿਆਨ ਦੇਣ ਲੱਗ ਪਏ ਜੀ। ਸਿੱਖਾਂ ਦੀ ਗੱਲ ਚੱਲ ਰਹੀ, ਸਿੱਖਾਂ ਦਾ ਤਾਂ ਜ਼ਿਕਰ ਕਰਨਾ ਹੀ ਪਏਗਾ ਨਾ ਜੀ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਜੀਵਨ ਪੜ੍ਹ ਕੇ ਵੇਖੋ, ਪਰਉਪਕਾਰਾਂ ਨਾਲ ਭਰਿਆ ਪਿਆ ਜੀ। ਕਿੰਨਿਆਂ ਤੇ ਪਰਉਪਕਾਰ ਕੀਤਾ, ਕਿੰਨਿਆਂ ਨੂੰ ਅੰਮ੍ਰਿਤ ਛਕਾਇਆ, ਕੋਈ ਅੰਤ ਨਹੀਂ। ਸਾਧ ਸੰਗਤ ਜੀ 20 ਲੱਖ ਤੋਂ ਵੱਧ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ ਜੀ। ਹਾਂਜੀ। ਅੱਜ ਤੇ ਬਾਬਿਆਂ ਨੇ ਰਜਿਸਟਰ ਰੱਖੇ ਆ ਨਾ, ਪੁੱਛੋ ਤੇ ਬਾਬਾ ਜੀ ਸਾਡੇ ਬਾਬਾ ਜੀ ਨੇ ਇੰਨਿਆਂ ਨੂੰ ਅੰਮ੍ਰਿਤ ਛਕਾਇਆ। ਦੱਸੋ ਬਾਬਾ ਜੀ ਕਿਹੜੇ 5 ਪਿਆਰਿਆਂ 'ਚ ਲੱਗੇ ਜੀ? ਅੰਮ੍ਰਿਤ ਤੇ 5 ਪਿਆਰਿਆਂ ਨੇ ਛਕਾਇਆ ਜੀ। ਗੁਰੂ ਜੀ ਦਾ ਅੰਮ੍ਰਿਤ 5 ਪਿਆਰਿਆਂ ਨੇ ਛਕਾਇਆ ਤੇ ਬਾਬਾ ਜੀ ਮੁਫਤ ਦਾ ਹੀ ਕ੍ਰੈਡਿਟ ਲਈ ਜਾਂਦੇ ਆ ਜੀ। ਉਹ ਆਪ ਲੱਗਦੇ ਹੁੰਦੇ ਸੀਗੇ 5 ਪਿਆਰਿਆਂ 'ਚ ਜੀ, ਤੇ 5 ਪਿਆਰਿਆਂ 'ਚ ਲੱਗ ਕੇ ਅੰਮ੍ਰਿਤ ਇੰਨਿਆਂ ਨੂੰ ਛਕਾਇਆ। ਜਦੋਂ ਵੇਖਿਆ ਉਸ ਸਮੇਂ ਵੀ ਧੀਆਂ ਨੂੰ ਪੜ੍ਹਾਇਆ ਨਹੀਂ ਸੀ ਜਾਂਦਾ। ਮਹਾਂਪੁਰਖਾਂ ਨੇ ਕਿਹਾ ਭਾਈ ਧੀਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ। ਸਾਧ ਸੰਗਤ ਜੀ ਲੜਕੀਆਂ ਵਾਸਤੇ ਸਕੂਲ ਬਣਵਾਏ ਉਚੇਚੇ ਜੀ। ਕਿੰਨਾ ਵੱਡਾ ਪਰਉਪਕਾਰ ਹੈ ਜੀ। ਸਿਮਰਨ ਵੀ ਕੀਤਾ, ਪਰਉਪਕਾਰ ਵੀ ਕੀਤਾ ਜੀ। ਹਾਂਜੀ। ਪੁੰਨ ਲੱਧਾ ਦਿਨ ਕੇਤਕ ਰਹਿ ਕਰ, ਜਾਚੀ ਬਿਦਾ ਹੋਏ ਕਰ ਦੀਨ। ਸੋ ਮਹਾਨ ਪਰਉਪਕਾਰੀ ਭਾਈ ਲੱਧਾ ਜੀ ਕੁਝ ਦਿਨ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਰਹਿ ਕੇ ਆਗਿਆ ਮੰਗਦੇ, ਮਹਾਰਾਜ ਹੁਣ ਲਾਹੌਰ ਜਾਣਾ ਹੈ। ਹਾਂਜੀ। ਦਾਸਨ ਦਾਸ ਦਇਆ ਨਿਧ ਜਾਨੋ, ਔਗਨ ਕੇ ਸਮੇਤ ਗੁਣਹੀਨ। ਇਹ ਸੱਚੇ ਪਾਤਸ਼ਾਹ ਮੈਂ ਤੇ ਤੁਹਾਡਾ ਦਾਸਾਂ ਦਾ ਵੀ ਦਾਸ ਹੈ, ਔਗਣਾਂ ਦੇ ਨਾਲ ਭਰਿਆ ਪਿਆ ਹੈ। ਮਹਾਰਾਜ ਕਿਰਪਾ ਕਰਕੇ ਮੈਨੂੰ ਬਖਸ਼ ਲਓ। ਹਾਂਜੀ। ਸਿੱਖ ਤੁਮਾਰੋ ਕਾ ਹੈ ਜਗਤ, ਮੁਝ ਲਾਜ ਬਿਰਦ ਕੀ ਰਾਖਨ ਹਾਰ। ਤੇ ਭਾਈ ਲੱਧਾ ਜੀ ਜਾਂਦਿਆਂ ਜਾਂਦਿਆਂ ਪਤਾ ਕੀ ਕਹਿਣ ਲੱਗੇ? ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਕਿਉਂ? ਮੈਨੂੰ ਲੋਕ ਕਹਿੰਦੇ ਗੁਰੂ ਨਾਨਕ ਦਾ ਸਿੱਖ ਹੈ, ਤੇ ਮਹਾਰਾਜ ਮੈਂ ਤੁਹਾਡਾ ਸਿੱਖ ਬਣ ਵੀ ਜਾਵਾਂ। ਮਹਾਰਾਜ ਪਤਾ ਨਹੀਂ ਬਣਿਆ ਜਾਣਾ ਕਿ ਨਹੀਂ ਬਣਿਆ ਜਾਣਾ, ਪਰ ਤੁਸੀਂ ਲਾਜ ਰੱਖਿਓ ਸੱਚੇ ਪਾਤਸ਼ਾਹ। ਹਾਂਜੀ। ਸੁਨ ਪ੍ਰਸੰਨ ਸ਼੍ਰੀ ਅਰਜਨ ਹੋਏ। ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਸੁਣਿਆ, ਸੱਚੇ ਪਾਤਸ਼ਾਹ ਬੜੇ ਹੀ ਪ੍ਰਸੰਨ ਹੋਏ ਵੀ ਭਾਈ ਲੱਧਾ ਪਰਉਪਕਾਰੀ ਵੀ ਹੈ, ਸਿਮਰਨ ਅਭਿਆਸੀ ਵੀ ਹੈ, ਨਿਮਰਤਾ ਵਾਲਾ ਵੀ ਹੈ। ਕੀਨਸ ਬਿਦਾ ਸੋ ਮ੍ਰਿਦੁਲ ਉਚਾਰੀ। ਮਹਾਰਾਜ ਜੀ ਨੇ ਫਿਰ ਬੜੇ ਮਿੱਠੇ ਬੋਲ ਬੋਲ ਕੇ
ਭਾਈ ਲੱਦਾ ਜੀ ਨੂੰ ਵਿਦਾ ਕੀਤਾ, ਭਾਈ ਲੱਦਾ ਜੀ ਨੂੰ ਲਾਹੌਰ ਤੋਰਿਆ। ਭਾਈ ਲੱਦਾ ਜੀ ਲਾਹੌਰ ਚਲੇ ਗਏ, ਬੜੀ ਵੱਡੀ ਪਰਉਪਕਾਰ ਦੀ ਮਿਸਾਲ ਕਾਇਮ ਕਰ ਗਏ ਆ। ਖੋਤੇ ਤੇ ਚੜ੍ਹ ਕੇ, ਮੁੱਖ ਕਾਲਾ ਕਰਾ ਕੇ, ਢੋਲੀ ਨਾਲ ਲੈ ਕੇ ਮਹਾਰਾਜ ਜੀ ਦੇ ਦਰ ਤੇ ਆਏ। ਬਹੁਤ ਵੱਡੀ ਪਰਉਪਕਾਰ ਦੀ ਮਿਸਾਲ ਉਹ ਕਾਇਮ ਕਰਕੇ ਗਏ ਆ। ਸੱਚੇ ਪਾਤਸ਼ਾਹ ਮਿਹਰਾਂ ਕਰਨ। ਤੇ ਮਹਾਰਾਜ ਨੇ ਸੱਤੇ ਬਲਵੰਡੇ ਨੂੰ ਕਿਹਾ, ਮਹਾਰਾਜ ਕਹਿੰਦੇ ਸੱਤਾ ਬਲਵੰਡਾ ਤੁਹਾਨੂੰ ਭਾਈ ਲੱਦਾ ਜੀ ਦੇ ਕਹਿਣ ਉੱਤੇ ਸੰਗਤ ਵਿੱਚ ਰਲਾ ਰਹੇ ਆ। ਜਿਹੜਾ ਗੁਰੂ ਦੀ ਸੰਗਤ ਵਿੱਚੋਂ ਕੱਢਿਆ ਗਿਆ ਸਾਧ ਸੰਗਤ ਜੀ, ਉਹਨੂੰ ਲੋਕ ਪਰਲੋਕ ਚੋਂ ਢੋਈ ਨਹੀਂ ਮਿਲਦੀ। ਸ੍ਰੀ ਅਕਾਲ ਤਖਤ ਸਾਹਿਬ ਤੋਂ ਕੁਝ ਪੰਥ ਦੋਖੀਆਂ ਨੂੰ ਨਾ ਛੇਕਿਆ ਜਾਂਦਾ ਹੈ, ਤੇ ਚੇਤਾ ਰੱਖਿਓ ਜਿਹੜੇ ਛੇਕੇ ਗਏ ਆ ਨਾ, ਫਿਰ ਉਹਨਾਂ ਨੂੰ ਦਰਗਾਹ ਵਿੱਚ ਵੀ ਥਾਂ ਨਹੀਂ ਮਿਲਦੀ ਜੀ, ਸੱਚਖੰਡ ਵਿੱਚ ਜਗ੍ਹਾ ਨਹੀਂ ਮਿਲਦੀ, ਕਿਉਂਕਿ ਉਹ ਛੇਕੇ ਗਏ ਹੈ। ਸੋ ਮਹਾਰਾਜ ਕਿਰਪਾ ਕਰਨ। ਆਪਾਂ ਇਹੋ ਅਰਦਾਸ ਕਰਨੀ ਹੈ, ਮਹਾਰਾਜ ਅਸੀਂ ਤੇ ਗਰੀਬ ਸਿੱਖ ਹੈਗੇ ਆ, ਸਾਨੂੰ ਮਹਾਰਾਜ ਆਪਣੇ ਚਰਨਾਂ ਨਾਲ ਰਲਾ ਕੇ ਰੱਖਿਓ, ਸਾਨੂੰ ਆਪਣੇ ਚਰਨਾਂ ਵਿੱਚ ਰੱਖਿਓ, ਜਿਵੇਂ ਭਾਈ ਲੱਦਾ ਜੀ ਬੇਨਤੀ ਕਰਦੇ ਆ। ਆਓ ਬੇਨਤੀ ਕਰਕੇ ਫਿਰ ਖਿਮਾ ਮੰਗੀਏ। ਕੋਈ ਰਸਨਾ ਬਾਂਝੀ ਨਾ ਰਹੇ, ਨੇਤਰ ਬੰਦ ਕਰਕੇ ਗੁਰੂ ਜੀ ਨੂੰ ਬੇਨਤੀ ਕਰੋ। ਮੋਹੇ ਗਰੀਬ ਕੋ ਲੈ ਹੋਰ ਲਾਏ, ਮੋਹੇ ਗਰੀਬ ਕੋ ਲੈ ਹੋਰ ਲਾਏ। ਪੂਰਾ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ, ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਕਰੋ। ਮਹਾਰਾਜ ਅਸੀਂ ਗਰੀਬ ਬੰਦੇ ਹੈਗੇ, ਪਹਿਲਾਂ ਤੇ ਆਪਣੇ ਆਪ ਨੂੰ ਗਰੀਬ ਮੰਨੋ ਜੀ, ਫਿਰ ਬੇਨਤੀ ਕਰੋ ਮਹਾਰਾਜ ਰਲਾਓ। ਮੋਹੇ ਗਰੀਬ ਕੋ ਲੈ ਹੋਰ ਲਾਏ, ਮੋਹੇ ਗਰੀਬ ਕੋ ਲੈ ਹੋਰ ਲਾਏ, ਮੋਹੇ ਗਰੀਬ ਕੋ ਲੈ ਹੋਰ ਲਾਏ। ਮੋਹੇ ਗਰੀਬ ਕੋ ਲੈ ਹੋਰ ਲਾਏ। ਇੱਕ ਵਾਰੀ ਅਸੀਂ ਦੋਵੇਂ, ਇੱਕ ਵਾਰੀ ਸਿੰਘ, ਇੱਕ ਵਾਰੀ ਸਤਿਕਾਰਯੋਗ ਮਾਤਾਵਾਂ। ਮੋਹੇ ਗਰੀਬ ਕੋ ਲੈ ਹੋਰ ਲਾਏ, ਮੋਹੇ ਗਰੀਬ ਕੋ ਲੈ ਹੋਰ ਲਾਏ। ਮੋਹੇ ਗਰੀਬ ਕੋ ਲੈ ਹੋਰ ਲਾਏ, ਸੱਚੇ ਪਾਤਸ਼ਾਹ ਮਿਹਰ ਕਰਨ। ਬੜੇ ਔਗੁਣ ਹਾਰੇ ਹਾਂ, ਬੜੀਆਂ ਹੀ ਭੁੱਲਾਂ ਕਰਦੇ ਹਾਂ, ਮਹਾਰਾਜ ਸਾਨੂੰ ਰਲਾ ਕੇ ਰੱਖਣ ਆਪਣੇ ਚਰਨਾਂ ਨਾਲ, ਚਰਨਾਂ ਵਿੱਚ ਜੋੜ ਕੇ ਰੱਖਣ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।